ਐਨ ਆਪਣੇ ਘਰੇ ਕੰਪਿਊਟਰ ਤੇ ਕੰਮ ਕਰ ਰਹੀ ਸੀ। ਜਦੋਂ ਉਸਦੇ ਟੈਲੀਫੋਨ ਤੇ ਅਲਰਟ ਦੀ ਟੋਨ ਆਈ, ਉਸਨੇ ਫੋਨ ਔਨ ਕੀਤਾ। ਬੌਬ ਦੇ ਦਫ਼ਤਰ ਵਿੱਚ ਗੱਲਬਾਤ ਚੱਲ ਰਹੀ ਸੀ। ਉੱਥੇ ਕਈ ਬੰਦੇ ਹਾਜ਼ਰ ਸਨ। ਉਸਨੇ ਰਿਚਰਡ ਤੇ ਸਕਾਟ ਨੂੰ ਮੈਸੇਜ ਪਾਇਆ ਤੇ ਆਪ ਕਾਰ ਲੈ ਕੇ ਫੋਨ ਆਨ ਕਰਕੇ ਬੌਬ ਦੇ ਦਫ਼ਤਰ ਦੇ ਨੇੜੇ ਪਹੁੰਚ ਗਈ। ਉਸਨੇ ਬੌਬ ਦੀ ਕੈਸ਼ ਐਂਡ ਕੈਰੀ ਵਿੱਚ ਖੜੀਆਂ ਗੱਡੀਆਂ ਦੇ ਰਜਿਸਟ੍ਰੇਸ਼ਨ ਨੰਬਰਾਂ ਦੀਆਂ ਫੋਟੋਆਂ ਖਿੱਚੀਆਂ। ਇੰਜ ਉਹ ਸਾਰੇ ਨਹੀਂ ਤਾਂ ਬਹੁਤ ਸਾਰੇ ਹਾਜ਼ਰ ਬੰਦਿਆਂ ਦਾ ਪਤਾ ਲਾ ਸਕਦੀ ਸੀ। ਕਾਉਂਸਲ ਦੀਆਂ ਚੋਣਾਂ ਵਿੱਚ ਫਿਊਚਰ ਪਾਰਟੀ ਦੀ ਜਿੱਤ ਦਾ ਪੂਰਾ ਡਰ ਹੈ। ਅਜਿਹਾ ਹੋਣ ਦੀ ਹਾਲਤ ਵਿੱਚ ਸਾਡੇ ਬਿਜ਼ਨਸ ਨੂੰ ਬਹੁਤ ਫਰਕ ਪਵੇਗਾ, ਮਿਸਟਰ ਰੰਧਾਵਾ ਬੋਲ ਰਿਹਾ ਸੀ। ਪਾਰਟੀਆਂ ਬਣਦੀਆਂ ਰਹਿੰਦੀਆਂ ਤੇ ਜਿੱਤਦੀਆਂ ਰਹਿੰਦੀਆਂ। ਸੈਂਟਰ ਸਰਕਾਰ ਤਾਂ ਕੋਈ ਬਹੁਤ ਵੱਡੀ ਤਬਦੀਲੀ ਲਿਆ ਸਕਦੀ ਹੈ, ਪਰ ਕਾਉਂਸਲ ਦੇ ਹੱਥ ਵੱਸ ਬਹੁਤਾ ਕੁਝ ਨਹੀਂ ਹੁੰਦਾ। ਵੈਸੇ ਮੈਂ ਹੱਕ 'ਚ ਹਾਂ ਕਿ ਫਿਊਚਰ ਪਾਰਟੀ ਨੂੰ ਹਰਾਉਣ ਦੀ ਹਰ ਕੋਸ਼ਿਸ਼ ਕੀਤੀ ਜਾਵੇ। ਕਿਸੇ ਹੋਰ ਦੀ ਆਵਾਜ਼ ਸੁਣਾਈ ਦਿੱਤੀ। ਪਰ ਜੇ ਕਾਉਂਸਲ ਚਾਹੇ ਤਾਂ ਬਿਜ਼ਨਸ ਨੂੰ ਫਰਕ ਪਾ ਸਕਦੀ ਹੈ। ਗੈਰੀ ਨੇ ਵੀ ਪੂਰੀ ਤਿਆਰੀ ਕੀਤੀ ਹੋਈ ਸੀ। ਉਸਨੇ ਸਾਰੀ ਵਿਉਂ ਤੋਂ ਲਿਖੀ ਹੋਈ ਸੀ। ਆਪਦੀ ਕੰਪਨੀ ਵਿੱਚ ਤਾਂ ਉਸਨੇ ਸਾਰੀ ਸਕੀਮ ਲਾਗੂ ਕਰਵਾ ਦਿੱਤੀ ਸੀ। ਬੌਬ ਬੋਲ ਰਿਹਾ ਸੀ ਤੇ ਐਨ ਦੇ ਕੰਨ ਖੜੇ ਹੋ ਗਏ। ਕੀ ਸਕੀਮ ਲਾਗੂ ਕੀਤੀ ਹੈ? ਘੱਟ ਤੋਂ ਘੱਟ ਤਨਖਾਹ ਲੈਣ ਵਾਲੇ ਵਰਕਰਾਂ ਤੋਂ ਡਾਇਰੈਕਟਰਾਂ ਦੀਆਂ ਤਨਖਾਹਾਂ 100 ਗੁਣਾ ਵੱਧ ਹੁੰਦੀਆਂ। ਕਈ ਹਾਲਤਾਂ ਵਿੱਚ ਕਈ ਸੈਂਕੜੇ ਗੁਣਾ ਵੱਧ ਹੁੰਦੀਆਂ ਨੇ। ਗੈਰੀ ਨੇ ਆਪਣੀ ਕੰਪਨੀ ਵਿੱਚ ਘੱਟ ਤੋਂ ਘੱਟ ਤਨਖਾਹ ਵਾਲੇ ਵਰਕਰ ਤੋਂ ਵੱਧ ਤਨਖਾਹ ਦੀ ਅਨੁਪਾਤ 10 ਗੁਣਾ ਮਿੱਥ ਦਿੱਤੀ। ਨਾਲ ਹੀ ਵਰਕਰ ਨੂੰ ਜੇ ਚਾਹਣ ਤਾਂ ਕੰਪਨੀ ਵਿੱਚ ਸ਼ੇਅਰ ਖਰੀਦਣ ਦੀ ਪੇਸ਼ਕਸ਼ ਕੀਤੀ। ਇਹ ਤਾਂ ਉਹਦੀ ਮਰਜ਼ੀ ਆ, ਭਾਵੇਂ ਸਾਰਿਆਂ ਦੀ ਤਨਖਾਹ ਬਰਾਬਰ ਕਰ ਦੇਵੇ। ਆਪਾਂ ਆਪਣੀ ਮਰਜ਼ੀ ਨਾਲ, ਜੇ ਕਾਉਂਸਲ ਸਿੱਧੇ ਵਿੰਗੇ ਢੰਗ ਨਾਲ ਇਹ ਸ਼ਰਤ ਬਣਾ ਦੇਵੇ ਜਾਂ ਤੁਹਾਡੇ ਨਾਲ ਹੀ ਕਿਸੇ ਇਹੋ ਜਿਹੀ ਕੰਪਨੀ ਨੂੰ ਤੁਹਾਡੇ ਵਾਲੇ ਕੰਮ ਦੀ ਇਜਾਜ਼ਤ ਦੇ ਦੇਵੇ ਜਾਂ ਹੋਰ ਵੀ ਉਹ ਕਰ ਸਕਦੇ ਹੋਣ, ਤਾਂ ਫੇਰ ਫਰਕ ਪਊਗਾ ਹੀ। ਨਾਲੇ ਗੱਲ ਸਹੇ ਦੀ ਨਹੀਂ, ਪਹੇ ਦੀ ਆ, ਵੱਡਾ ਰੰਧਾਵਾ ਬੋਲਿਆ। ਕੁਝ ਦੇਰ ਚੁੱਪ ਛਾਈ ਰਹੀ। ਸਭ ਆਪਣੀਆਂ ਦਲੀਲਾਂ ਦਿੰਦੇ ਰਹੇ। ਗੈਰੀ ਤਾਂ ਮਰ ਨਹੀਂ ਗਿਆ? ਕਿਸੇ ਨੇ ਸਵਾਲ ਕੀਤਾ। ਆਹੋ, ਉਹਦਾ ਕਤਲ ਹੋ ਗਿਆ। ਬੌਬ ਦੇ ਬੋਲਾਂ ਵਿੱਚ ਬੇਪਰਵਾਹੀ ਸੀ। ਕਾਤਲ ਦਾ ਕੋਈ ਪਤਾ ਨਹੀਂ ਲੱਗਿਆ? ਨਹੀਂ, ਅਜੇ ਤੱਕ ਨਹੀਂ। ਪਰ ਆਪਾਂ ਨੂੰ ਸੋਚਣਾ ਚਾਹੀਦਾ, ਜੇ ਹੋ ਸਕੇ ਤਾਂ ਜਿਹੜੇ ਬਾਕੀ ਦੇ ਫਿਊਚਰ ਪਾਰਟੀ ਦੇ ਲੀਡਰ ਹੈ ਉਹਨਾਂ ਨੂੰ ਮਿਲਿਆ ਜਾਣਾ ਚਾਹੀਦਾ। ਤਨਖਾਹਾਂ ਸੰਬੰਧੀ ਕੰਪਨੀਆਂ ਨੂੰ ਆਜ਼ਾਦ ਰਹਿਣਾ ਚਾਹੀਦਾ। ਵਰਕਰਾਂ ਨੂੰ ਸਿਰ ਨਹੀਂ ਚੜਾਉਣਾ ਚਾਹੀਦਾ, ਨਹੀਂ ਤਾਂ ਇਹ ਸਿਰ ਵਿੱਚ ਗਲੀਆਂ ਕਰਨਗੇ। ਗੈਰੀ ਦੀ ਕੰਪਨੀ ਦਾ ਚੰਗੀ ਕਮਾਈ ਕਰਦੀ ਆ। ਉਹਨੂੰ ਇਹ ਕਾਮਰੇਡੀ ਦੀ ਬਿਮਾਰੀ ਕਿੱਥੋਂ ਲੱਗੀ? ਉਹਦੇ ਗ੍ਰੈਂਡਫਾਦਰ ਦਾ ਇੱਕ ਦੋਸਤ ਸੀ, ਮਾਸਟਰ ਅਤਰ ਸਿੰਘ। ਉਹਨੇ ਗੈਰੀ ਦੇ ਪਿਓ ਪੈਵਸ ਹੌਤੇ ਨੂੰ ਪੁੱਠੀ ਮੱਤ ਦਿੱਤੀ ਸੀ। ਮਾਸਟਰ ਆਪ ਸਾਰੀ ਉਮਰ ਟ੍ਰੇਡ ਯੂਨੀਅਨ ਅੱਜ ਧੱਕੇ ਖਾਂਦਾ ਰਿਹਾ, ਰੰਧਾਵੇ ਨੇ ਜਵਾਬ ਦਿੱਤਾ। ਕੁਝ ਦੇਰ ਬਾਅਦ ਮੀਟਿੰਗ ਖਤਮ ਹੋ ਗਈ ਤੇ ਕਾਰਾਂ ਵਿੱਚ ਬੈਠ ਕੇ ਲੋਕ ਜਾਣ ਲੱਗੇ। ਐਨ ਅਜੇ ਵੀ ਕਾਰ ਵਿੱਚ ਬੈਠੀ ਲੋੜ ਅਨੁਸਾਰ ਫੋਟੋਆਂ ਲੈ ਰਹੀ ਸੀ। ਟੈਲੀਫੋਨ ਵਿੱਚੋਂ ਫੇਰ ਆਵਾਜ਼ ਆਈ। ਇਹ ਗੈਰੀ ਵਾਲੇ ਕੇਸ ਬਾਰੇ ਫੇਰ ਤਾਂ ਨਹੀਂ ਪੁੱਛ ਪੜਤਾਲ ਕੀਤੀ ਕਿਸੇ ਨੇ? ਨਹੀਂ, ਮੈਂ ਲੰਡਨ ਚੱਲਿਆ, ਬੌਬ ਦੀ ਆਵਾਜ਼ ਸੀ। ਐਨ ਨੇ ਗੱਡੀ ਸਟਾਰਟ ਕੀਤੀ ਤੇ ਚੱਲ ਪਈ। ਟੋਨੀ ਨੇ ਰੰਧਾਵੇ ਦੇ ਕੰਪਿਊਟਰ ਤੱਕ ਪਹੁੰਚ ਕੀਤੀ। ਜਿੱਥੇ ਉਸਨੇ ਕੰਪਿਊਟਰ ਵਿੱਚ ਕੁਝ ਸੁਰੱਖਿਆ ਦੇ ਪ੍ਰਬੰਧ ਕੀਤੇ, ਉੱਥੇ ਉਸਨੇ ਆਪਣੀ ਪਹੁੰਚ ਵੀ ਬਣਾ ਲਈ ਸੀ। ਰੰਧਾਵੇ ਦੀਆਂ ਆਉਣ ਵਾਲੀਆਂ ਗੈਰ ਕਾਨੂੰਨੀ ਡਿਲੀਵਰੀਆਂ ਦਾ ਲੇਖਾ ਜੋਖਾ ਉਸਨੂੰ ਮਿਲ ਗਿਆ ਸੀ। ਉਹਨਾਂ ਨੂੰ ਲੁਕਾਉਣ ਲਈ ਬਣਾਏ ਗਏ ਨਕਲੀ ਬਿੱਲ ਵੀ ਉਸਨੇ ਕਾਬੂ ਹੇਠ ਕਰ ਲਏ ਸਨ। ਹੁਣ ਤੋਂ ਹਰੇਕ ਆਉਣ ਜਾਣ ਵਾਲੀ ਈਮੇਲ ਟੋਨੀ ਦੇ ਇਨਬਾਕਸ ਵਿੱਚ ਆਪਣੇ ਆਪ ਪਹੁੰਚ ਜਾਣੀ ਸੀ। ਟੋਨੀ ਨੇ ਇੱਕ ਵਾਰੀ ਫੇਰ ਰੰਧਾਵੇ ਦੀ ਸੜਕ ਵੱਲ ਚੱਕਰ ਮਾਰਿਆ। ਫਿਰ ਉਹ ਨਾਲ ਦੀ ਸੜਕ ਤੇ ਬੌਬ ਦੇ ਘਰ ਵੱਲ ਚਲਾ ਗਿਆ। ਘਰ ਤੋਂ ਕੁਝ ਦੂਰ ਉਹ ਖੜਾ ਰਿਹਾ ਤੇ ਬੌਬ ਦੇ ਘਰ ਬਾਰੇ ਸੋਚਦਾ ਰਿਹਾ। ਅਚਾਨਕ ਉਸਨੂੰ ਸਾਹਮਣੇੋਂ ਕੋਈ ਆਦਮੀ ਆਉਂਦਾ ਦਿਸਿਆ। ਟੋਨੀ ਹੈਰਾਨੀ ਨਾਲ ਵੇਖਣ ਲੱਗਿਆ। ਉਸਨੂੰ ਤਾਂ ਇਹ ਕਿਸੇ ਦਾ ਗਾਰਡਨ ਲੱਗਿਆ ਸੀ। ਧਿਆਨ ਨਾਲ ਵੇਖਿਆ ਤਾਂ ਉਹ ਇੱਕ ਆਦਮੀ ਪਤਲੇ ਜਿਹੇ ਰਾਹ ਵਿੱਚੋਂ ਦੀ ਸੜਕ ਤੇ ਆ ਗਿਆ। ਉਸਦੇ ਲੰਘਣ ਬਾਅਦ ਟੋਨੀ ਗੱਡੀ ਵਿੱਚੋਂ ਨਿਕਲਿਆ ਤੇ ਉਸ ਪਤਲੇ ਜਿਹੇ ਰਾਹ ਵੱਲ ਤੁਰ ਪਿਆ। ਟੋਨੀ ਅੱਗੇ ਗਿਆ ਤਾਂ ਇਹ ਗਲੀ ਗੈਰੀ ਦੇ ਘਰ ਦੇ ਤਕਰੀਬਨ ਸਾਹਮਣੇ ਨਿਕਲਦੀ ਸੀ। ਟੋਨੀ ਨੂੰ ਹੈਰਾਨੀ ਹੋਈ। ਉਸਨੇ ਵੀ ਇਹ ਹਰਿਆਵਲ ਵਿੱਚ ਗਵਾਚੀ ਗਲੀ ਵੱਲ ਧਿਆਨ ਨਹੀਂ ਸੀ ਦਿੱਤਾ। ਉਹ ਵਾਪਸ ਉਸ ਰਾਹ ਰਾਹੀਂ ਆਪਣੀ ਕਾਰ ਵੱਲ ਚਲਿਆ ਗਿਆ। ਸਕਾਟ ਨੇ ਸਵੇਰੇ ਉੱਠ ਕੇ ਆਪਣੇ ਫੋਨ ਤੇ ਈਮੇਲ ਚੈੱਕ ਕੀਤੀ। ਉਸਦੀ ਨਵੀਂ ਬਣਾਈ ਈਮੇਲ ਤੇ ਇੱਕ ਅਣਪੜ੍ਹੀ ਈਮੇਲ ਸੀ। ਟੋਨੀ ਬਿਨਾਂ ਇਸ ਦੀ ਆਈਡੀ ਕਿਸੇ ਹੋਰ ਕੋਲ ਨਹੀਂ ਸੀ। ਉਸਨੇ ਈਮੇਲ ਖੋਲੀ। ਇਹ ਈਮੇਲ ਨੇਬਰ ਵਾਚ ਦੇ ਨਾਂ ਹੇਠ ਸੀ। ਸਕਾਟ ਨੇ ਖੋਲੀ ਤਾਂ ਇਸ ਵਿੱਚ ਇੱਕ ਵੀਡੀਓ ਸੀ। ਟੋਨੀ ਨੇ ਗੈਰੀ ਅਤੇ ਬੌਬ ਦੇ ਘਰ ਨੂੰ ਜੋੜਦੀ ਗਲੀ ਦੀ ਵੀਡੀਓ ਭੇਜੀ। ਸਕਾਟ ਨੂੰ ਹੈਰਾਨੀ ਹੋਈ, ਕਿਸੇ ਨੇ ਵੀ ਇਸ ਗਲੀ ਵੱਲ ਧਿਆਨ ਨਹੀਂ ਸੀ ਦਿੱਤਾ। ਇਹ ਕਿਵੇਂ ਹੋ ਸਕਦਾ ਸੀ? ਸਕਾਟ ਨੂੰ ਆਪਣੇ ਆਪ ਤੇ ਗੁੱਸਾ ਆਇਆ। ਉਸਨੇ ਰਿਚਰਡ ਤੇ ਐਨਾ ਨੂੰ ਈਮੇਲ ਪਾਈ ਤੇ ਇਸ ਗਲੀ ਦਾ ਨਿਰੀਖਣ ਕਰਨ ਲਈ ਕਿਹਾ। ਅਗਲੇ ਦਿਨ ਸਕਾਟ ਵੀ ਉੱਥੇ ਚਲਾ ਗਿਆ। ਕੁਝ ਦੇਰ ਉਹ ਕਾਰ ਵਿੱਚ ਬੈਠਾ ਵੇਖਦਾ ਰਿਹਾ ਤੇ ਸੋਚਦਾ ਰਿਹਾ। ਫਿਰ ਉਹ ਗੱਡੀ ਵਿੱਚ ਉਤਰਿਆ ਤੇ ਗਲੀ ਵਿੱਚ ਚਲਿਆ ਗਿਆ। ਉਹ ਬੌਬ ਦੇ ਘਰ ਨੂੰ ਕੁਝ ਦੇਰ ਨਿਹਾਰਦਾ ਰਿਹਾ ਤੇ ਵਾਪਸ ਆ ਗਿਆ। ਉਹ ਸੋਚ ਰਿਹਾ ਸੀ ਕਿ ਕਾਤਲ ਇਸ ਗਲੀ ਵਿੱਚੋਂ ਦੀ ਲੰਘਣਾ ਕਿੰਨਾ ਸੌਖਾ ਸੀ ਤੇ ਉਸਨੂੰ ਕਿਸੇ ਨੇ ਵੇਖਣਾ ਵੀ ਨਹੀਂ ਸੀ। ਤੇ ਜੇ ਬੌਬ ਦਾ ਇਸ ਵਿੱਚ ਹੱਥ ਹੋਇਆ ਤਾਂ ਉਸਨੂੰ ਗੈਰੀ ਦੇ ਘਰੋਂ ਕਤਲ ਕਰਨ ਬਾਅਦ ਜਾਣਾ ਜਾਂ ਆਉਣਾ ਬਹੁਤ ਸੌਖਾ ਸੀ। ਉਸਨੂੰ ਇੱਕ ਵਾਰੀ ਫੇਰ ਉਸ ਦਿਨ ਦੀ ਵੀਡੀਓ ਰਿਕਾਰਡਿੰਗ ਦੇਖਣੀ ਪੈਣੀ ਸੀ। ਉਹ ਗੱਡੀ ਵਿੱਚ ਆ ਬੈਠਾ। ਉਸਨੇ ਗੱਡੀ ਤੋਰੀ ਤਾਂ ਬੌਬ ਦੇ ਘਰ ਵੱਲ ਗੱਡੀ ਮੋੜ ਲਈ। ਉਹ ਕੁਝ ਦੇਰ ਗੱਡੀ ਵਿੱਚ ਬੈਠਾ ਸੋਚਦਾ ਰਿਹਾ। ਬੌਬ ਦੇ ਘਰ
ਘਰ ਤੋਂ ਗਲੀ ਤੱਕ ਪਹੁੰਚਣ ਲਈ ਮਸਾਂ 5-7 ਸਕਿੰਟ ਦਾ ਰਾਹ ਸੀ। ਸਕਾਟ ਦੇ ਮਨ ਵਿੱਚ ਕਈ ਸਵਾਲ ਉੱਠੇ। ਐਨਾ ਨੇ ਬੌਬ ਦੇ ਦਫ਼ਤਰ ਵਿੱਚ ਹੁੰਦੀ ਵਾਰਤਾਲਾਪ ਸੁਣੀ ਤਾਂ ਉਹ ਰਿਚਰਡ ਨੂੰ ਮਿਲਣ ਚਲੀ ਗਈ। ਉਸਨੇ ਰਿਚਰਡ ਨਾਲ ਯੰਗ ਨਾਈਟ ਕਲੱਬ ਵਿੱਚ ਜਾਣ ਬਾਰੇ ਵਿਚਾਰ ਕੀਤੀ। ਬੌਬ ਵੀ ਜਾ ਰਿਹਾ ਸੀ, ਸ਼ਾਇਦ ਕੋਈ ਕੰਮ ਦੀ ਲੀਡ ਮਿਲ ਜਾਵੇ। ਰਿਚਰਡ ਤੇ ਐਨ ਦੋਹਾਂ ਨੇ ਆਪਣਾ ਹੁਲੀਆ ਥੋੜਾ ਬਦਲ ਲਿਆ ਸੀ। ਰਿਚਰਡ ਨੇ ਐਨਕਾਂ ਲਾ ਲੀਆਂ ਤੇ ਸਿਰ ਤੇ ਭਾਰੇ ਘੁੰਘਰਾਲੇ ਵਾਲਾਂ ਦਾ ਵਿਗ ਰੱਖ ਲਿਆ ਸੀ। ਐਨ ਨੇ ਵੀ ਕਾਲੇ ਰੰਗ ਦਾ ਵਿਗ ਪਹਿਨਿਆ ਸੀ। ਬਾਕੀ ਦਾ ਡਰੈਸ ਵੀ ਉਹਨਾਂ ਨੇ ਬਦਲ ਲਿਆ ਸੀ। ਛੇਤੀ ਕੀਤੇ ਉਹਨਾਂ ਨੂੰ ਪਛਾਣਨਾ ਸੌਖਾ ਨਹੀਂ ਸੀ। ਵੈਸੇ ਵੀ ਬੌਬ ਬਿਨਾਂ ਤਾਂ ਹੋਰ ਉਹਨਾਂ ਨੂੰ ਕੋਈ ਜਾਣਦਾ ਨਹੀਂ ਸੀ। 9 ਵਜੇ ਸ਼ਾਮ ਨੂੰ ਉਹ ਕਲੱਬ ਵਿੱਚ ਪਹੁੰਚੇ ਤਾਂ ਰੰਗ ਬਰੰਗੀਆਂ ਰੌਸ਼ਨੀਆਂ ਨੱਚ ਰਹੀਆਂ ਸਨ। ਕਲੱਬ ਵਿੱਚ ਵਾਹਵਾ ਭੀੜ ਸੀ। ਉਹ ਕੰਧ ਨਾਲ ਲੱਗੀ ਸੀਟ ਤੇ ਜਾ ਬੈਠੇ। ਉੱਥੋਂ ਸਾਰੇ ਕਲੱਬ ਤੇ ਨਜ਼ਰ ਰੱਖ ਸਕਦੇ ਸਨ। ਵੇਟਰ ਨੂੰ ਉਹਨਾਂ ਨੇ ਡਰਿੰਕ ਦਾ ਆਰਡਰ ਦਿੱਤਾ ਤੇ ਉਹ ਇੱਕ ਦੂਜੇ ਨਾਲ ਸੱਟ ਕੇ ਬਹਿ ਗਏ। ਬੌਬ ਉਹਨਾਂ ਨੂੰ ਕਿਤੇ ਵੀ ਦਿਸਿਆ ਨਹੀਂ ਸੀ। ਸਭ ਲੋਕ ਨੱਚ ਟੱਪ ਰਹੇ ਸਨ। ਕੰਨ ਪਾੜੂ ਸੰਗੀਤ ਚੱਲ ਰਿਹਾ ਸੀ। ਕੁਝ ਜੋੜੇ ਇੱਕ ਦੂਜੇ ਦੀਆਂ ਬਾਹਾਂ ਵਿੱਚ ਲਿਪਟੇ ਹੋਏ ਥਿਰਕ ਰਹੇ ਸਨ। ਕੁਝ ਕੁ ਅਜੇ ਵੀ ਬੈਠੇ ਸਨ। ਉਹਨਾਂ ਦੀ ਨਜ਼ਰ ਚੌਕਸੀ ਨਾਲ ਸਾਰੇ ਕਲੱਬ ਵਿੱਚ ਘੁੰਮ ਰਹੀ ਸੀ। ਐਨ ਕਾਊਂਟਰ ਵੱਲ ਧਿਆਨ ਨਾਲ ਵੇਖ, ਰਿਚਰਡ ਨੇ ਐਨ ਦੇ ਬੁੱਲਾਂ ਤੇ ਹਲਕੇ ਜਿਹੇ ਬੁੱਲ ਰੱਖਦਿਆਂ ਕਿਹਾ। ਐਨ ਹੱਸੀ ਤੇ ਉਸਨੇ ਉਸਦੇ ਮੋਢੇ ਤੇ ਸਿਰ ਰੱਖ ਲਿਆ। ਹੁਣ ਉਹ ਕਾਊਂਟਰ ਨੂੰ ਨਿਰਖ ਨਾਲ ਵੇਖ ਰਹੀ ਸੀ। ਰਿਚਰਡ ਨੇ ਐਨ ਦੇ ਸਿਰ ਨਾਲ ਆਪਣਾ ਸਿਰ ਜੋੜ ਲਿਆ ਸੀ। ਕੁਝ ਗਾਹਕ ਕਾਊਂਟਰ ਤੇ ਜਾਂਦੇ ਜਦ ਉਹ ਸਿਗਰਟ ਮੰਗਦੇ ਤਾਂ ਉਹਨਾਂ ਨੂੰ ਸਿਗਰਟ ਪੇਸ਼ ਕੀਤੀ ਜਾਂਦੀ। ਬਹੁਤੇ ਲੈਣ ਤੋਂ ਨਾ ਕਰਕੇ ਦੂਜੇ ਡੱਬਿਆਂ ਵਿੱਚ ਪਈਆਂ ਸਿਗਰਟਾਂ ਵਿੱਚੋਂ ਸਿਗਰਟ ਲੈਣ ਦੀ ਬੇਨਤੀ ਕਰਦੇ। ਵੇਖਣ ਨੂੰ ਦੋਵਾਂ ਸਿਗਰਟਾਂ ਵਿੱਚ ਕੋਈ ਫਰਕ ਨਹੀਂ ਸੀ। ਘੱਟੋ ਘੱਟ ਦੂਰੋਂ ਤਾਂ ਕੋਈ ਫਰਕ ਨਹੀਂ ਸੀ ਲੱਗਦਾ। ਕੁਝ ਕੁ ਮਿੰਟਾਂ ਬਾਅਦ ਉਹਨਾਂ ਨੇ ਸਿਗਰਟ ਟਰਾਈ ਕਰਨ ਦੀ ਕੋਸ਼ਿਸ਼ ਕੀਤੀ। ਰਿਚਰਡ ਨੇ ਸਿਗਰਟ ਮੰਗੀ ਤਾਂ ਉਸ ਨੂੰ ਵੀ ਸਾਦੀ ਸਿਗਰਟ ਪੇਸ਼ ਕੀਤੀ ਗਈ। ਰਿਚਰਡ ਨੇ ਦੂਜੇ ਡੱਬੇ ਵੱਲ ਇਸ਼ਾਰਾ ਕੀਤਾ। ਬਾਰਮੈਨ ਨੇ ਉਸ ਨੂੰ ਉਹ ਸਿਗਰਟ ਦਿੱਤੀ ਤਾਂ 10 ਦਾ ਨੋਟ ਟਿੱਲ ਵਿੱਚ ਸੁੱਟ ਲਿਆ। ਕਾਊਂਟਰ ਤੇ ਹੀ ਉਸਨੇ ਸਿਗਰਟ ਸੁਲਗਾ ਲਈ। ਇਸ ਧੂਏ ਦੀ ਸੁਗੰਧ ਤਮਾਕੂ ਦੇ ਧੂਏ ਨਾਲੋਂ ਵੱਖਰੀ ਸੀ। ਉਹ ਐਨ ਕੋਲ ਆ ਗਿਆ। ਉਸਨੇ ਇੱਕ ਹਲਕਾ ਜਿਹਾ ਕਸ਼ ਲਿਆ। ਉਸ ਨੂੰ ਸਮਝਣ ਵਿੱਚ ਦੇਰ ਨਾ ਲੱਗੀ ਕਿ ਉਹ ਡਰੱਗ ਵਾਲੀ ਸਿਗਰਟ ਸੀ। ਉਹਨਾਂ ਦੋਵਾਂ ਨੇ ਧੂਆਂ ਅੰਦਰ ਲੰਘਾਏ ਬਿਨਾਂ ਸਿਗਰਟ ਪੀਣ ਦਾ ਦਿਖਾਵਾ ਕੀਤਾ। ਐਨ ਉਹ ਬੰਦਾ, ਐਨ ਨੇ ਧਿਆਨ ਨਾਲ ਵੇਖਿਆ। ਜਿਸ ਬੰਦੇ ਨੂੰ ਬੌਬ ਉਸ ਦਿਨ ਫਲੈਟ ਵਿੱਚ ਮਿਲਿਆ ਸੀ, ਉਹੀ ਆਦਮੀ ਬਾਰ ਦੇ ਨਾਲ ਬਣੇ ਬੂਹੇ ਵਿੱਚੋਂ ਦੀ ਲੰਘ ਗਿਆ। ਉਹ ਕਿੱਥੇ ਗਿਆ ਇਸ ਬਾਰੇ ਕੋਈ ਪਤਾ ਨਾ ਲੱਗਿਆ। ਹੋ ਸਕਦਾ ਹੈ ਕਲੱਬ ਦਾ ਦਫ਼ਤਰ ਹੋਵੇ ਜਾਂ ਸ਼ਾਇਦ ਪੌੜੀਆਂ ਹੋਣ ਜੋ ਪਹਿਲੀ ਮੰਜ਼ਿਲ ਲਈ ਬਣਾਈਆਂ ਗਈਆਂ ਹੋਣ। ਉਹ ਸੋਚਦੇ ਵਿਚਾਰਦੇ ਰਹੇ। ਸਰ, ਤੁਸੀਂ ਰਾਤ ਲਈ ਕਮਰੇ ਕਿਰਾਏ ਤੇ ਵੀ ਦਿੰਦੇ ਹੋ? ਐਨ ਨੇ ਆਪਣੀ ਕੂਲੀ ਮੁਸਕਰਾਹਟ ਨਾਲ ਪੁੱਛਿਆ। ਬਾਰਮੈਨ ਨੇ ਜਵਾਬ ਦੇਣ ਦੀ ਥਾਂ ਆਪਣੇ ਆਪ ਨੂੰ ਰੁਝੇਵੇਂ ਵਿੱਚ ਹੋਣ ਦਾ ਦਿਖਾਵਾ ਕੀਤਾ। ਉਸਨੇ 2-3 ਗਾਹਕਾਂ ਨੂੰ ਭੁਗਤਾਇਆ। ਐਨ ਕੋਲ ਆ ਗਿਆ। ਮੁਆਫ ਕਰਨਾ, ਮੈਂ ਥੋੜਾ ਬਿਜ਼ੀ ਸੀ। ਮੈਂ ਤੁਹਾਡੀ ਕੀ ਮਦਦ ਕਰ ਸਕਦਾ? ਅਸੀਂ ਡਰਿੰਕ ਪੀਤੀ ਕਰਕੇ ਗੱਡੀ ਚਲਾ ਨਹੀਂ ਸਕਦੇ। ਕੀ ਸਾਨੂੰ ਇੱਕ ਕਮਰਾ ਕਿਰਾਏ ਤੇ ਮਿਲ ਸਕਦਾ ਹੈ? ਸਾਡੇ ਕੋਲ 8-10 ਕਮਰੇ ਨੇ ਪਰ ਅੱਜ ਕੋਈ ਵਿਹਲਾ ਨਹੀਂ। ਵੈਸੇ ਵੀ ਅਸੀਂ ਆਮ ਗਾਹਕਾਂ ਨੂੰ ਕਮਰੇ ਨਹੀਂ ਦਿੰਦੇ। ਕੁਝ ਕੁ ਪੱਕੇ ਗਾਹਕ ਹਨ ਜਿਨ੍ਹਾਂ ਨੂੰ ਅਸੀਂ ਕਿਰਾਏ ਤੇ ਦਿੰਦੇ ਹਾਂ। ਬਾਰਮੈਨ ਨੇ ਨੀਝ ਲਾ ਕੇ ਐਨ ਨੂੰ ਵੇਖਿਆ ਤੇ ਜਵਾਬ ਦਿੱਤਾ। ਐਨ ਵਾਪਸ ਰਿਚਰਡ ਕੋਲ ਚਲੀ ਗਈ। ਉਸਨੇ ਬਾਰ ਨਾਲ ਲੱਗਦੇ ਦਰਵਾਜ਼ੇ ਬਾਰੇ ਜਾਣਨਾ ਸੀ ਪਰ ਉਸਨੂੰ ਕੁਝ ਪਤਾ ਨਾ ਲੱਗਿਆ। ਵੱਡੀ ਗੱਲ, ਬੌਬ ਵੀ ਨਹੀਂ ਸੀ ਆਇਆ। ਇੱਕ ਆਦਮੀ ਹਰ ਟੇਬਲ ਤੇ ਜਾਂਦਾ, ਗੱਲਾਂ ਕਰਦਾ, ਕੁਝ ਦੇਰ ਬਾਅਦ ਹੋਰ ਟੇਬਲ ਤੇ ਚਲਿਆ ਜਾਂਦਾ। ਉਹ ਅਸਲ ਵਿੱਚ ਕੁਝ ਵੇਚ ਰਿਹਾ ਸੀ ਤੇ ਆਪਣੇ ਖਾਸ ਗਾਹਕਾਂ ਕੋਲ ਜਾਂਦਾ ਸੀ। ਉਹਨਾਂ ਦੇ ਟੇਬਲ ਤੇ ਉਹ ਨਹੀਂ ਸੀ ਆਇਆ। ਐਨ ਨੇ ਉਸਦੀ ਫੋਟੋ ਖਿੱਚ ਲਈ। ਟੋਨੀ ਨੇ ਰੰਧਾਵੇ ਦੀ ਈਮੇਲ ਚੈੱਕ ਕੀਤੀ। ਇਹ PDF ਫਾਈਲ ਸੀ। ਪੜ੍ਹ ਕੇ ਟੋਨੀ ਉੱਠ ਕੇ ਬਹਿ ਗਿਆ। ਡਿਲੀਵਰੀ ਸ਼ਾਮ ਤੱਕ ਪਹੁੰਚ ਜਾਵੇਗੀ। ਟੋਨੀ ਨੇ ਭੇਜੀ ਗਈ ਈਮੇਲ ਦਾ ਐਡਰੈਸ ਵੇਖਿਆ। ਇਹ ਕਿਸੇ ਈਸਟਰਨ ਯੂਰਪੀਅਨ ਦੇਸ਼ ਤੋਂ ਆਈ ਲੱਗਦੀ ਸੀ। ਕਿੱਥੋਂ ਆਈ ਨਾਲੋਂ ਉਸ ਨੂੰ ਡਿਲੀਵਰੀ ਵਿੱਚ ਕੀ ਆ ਰਿਹਾ ਸੀ ਉਸ ਬਾਰੇ ਜਾਣਨ ਦੀ ਇੱਛਾ ਸੀ। ਟੋਨੀ ਨੇ ਰੰਧਾਵੇ ਦੇ ਫੋਨ ਦੀ ਲੋਕੇਸ਼ਨ ਚੈੱਕ ਕੀਤੀ। ਉਹ ਘਰ ਹੀ ਸੀ। ਅਜੇ ਸਵੇਰ ਦੇ 10 ਵਜੇ ਸਨ। ਉਹ ਘਰੋਂ ਦੇਰ ਨਾਲ ਨਿਕਲਦਾ ਸੀ। ਟੋਨੀ ਨੇ ਬਰਡ ਨੂੰ ਰੰਧਾਵੇ ਦਾ ਫੋਨ ਤੇ ਈਮੇਲ ਭੇਜ ਕੇ ਉਸ ਬਾਰੇ ਜਾਂਚ ਕਰਨ ਦੀ ਬੇਨਤੀ ਕੀਤੀ। ਉਹ ਦੋਵੇਂ ਆਪਸ ਵਿੱਚ ਇੱਕ ਦੂਜੇ ਦੀ ਮਦਦ ਕਰਦੇ ਰਹਿੰਦੇ ਸਨ। ਬਰਡ ਵੀ ਆਪਣੇ ਕੰਮ ਵਿੱਚ ਬਹੁਤ ਮਾਹਰ ਸੀ। ਉਸ ਨੂੰ ਟੈਲੀਫੋਨ ਤੇ ਕੰਪਿਊਟਰ ਬਾਰੇ ਖਾਸ ਜਾਣਕਾਰੀ ਹੁੰਦੀ ਸੀ। ਉਹ ਆਪਸ ਵਿੱਚ ਘੱਟ ਮਿਲਦੇ ਪਰ ਇੱਕ ਦੂਜੇ ਦੀ ਜਦ ਵੀ ਲੋੜ ਪੈਂਦੀ ਉਹ ਬਿਨਾਂ ਝਿਜਕ ਮਦਦ ਕਰ ਦਿੰਦੇ। ਟੋਨੀ ਨੇ ਆਪ ਬੌਬ ਦੀ ਲੋਕੇਸ਼ਨ ਚੈੱਕ ਕੀਤੀ ਤਾਂ ਉਹ M25 ਮੋਟਰਵੇ ਤੇ ਸੀ। ਟੋਨੀ ਦੇ ਦਿਮਾਗ ਵਿੱਚ ਕਈ ਵਿਚਾਰ ਘੁੰਮਣ ਲੱਗੇ। ਦੁਪਹਿਰ ਤੱਕ ਬਰਡ ਨੇ ਜਾਣਕਾਰੀ ਦਿੱਤੀ ਕਿ ਈਮੇਲ ਰੋਮਾਨੀਆ ਤੋਂ ਆਈ ਸੀ। ਜਿਸ ਪਾਵਲ ਨਾਂ ਦੇ ਬੰਦੇ ਦੀ ਈਮੇਲ ਭੇਜੀ ਸੀ ਉਹ ਕੱਚੀ ਉਮਰ ਦੀਆਂ ਕੁੜੀਆਂ ਦੀ ਸਮਗਲਿੰਗ ਕਰਦਾ ਸੀ। ਲੋੜਵੰਦ ਗਰੀਬ ਪਰਿਵਾਰਾਂ ਦੀਆਂ ਕੁੜੀਆਂ ਨੂੰ ਕਮਾਈ ਦਾ ਝਾਂਸਾ ਦੇ ਕੇ ਬ੍ਰਿਟੇਨ ਤੋਂ ਹੋਰ ਯੂਰਪੀਅਨ ਦੇਸ਼ਾਂ ਵਿੱਚ ਭੇਜਦਾ ਸੀ, ਜਿਨ੍ਹਾਂ ਨੂੰ ਗੁਲਾਮ ਬਣਾ ਕੇ ਧੰਦੇ ਵਿੱਚ ਧਕੇਲ ਦਿੱਤਾ ਜਾਂਦਾ। ਉਹਨਾਂ ਦੇ ਘਰ ਕੁਝ ਨਾ ਕੁਝ ਪੈਸੇ ਭੇਜ ਦਿੱਤੇ ਜਾਂਦੇ। ਜਦ ਕੁੜੀਆਂ ਘਰ ਫੋਨ ਕਰਦੀਆਂ ਤਾਂ ਉਹਨਾਂ ਨੂੰ ਆਪਣੇ ਮਾਲਕਾਂ ਦੀ ਹਾਜ਼ਰੀ ਵਿੱਚ ਹੀ ਗੱਲ ਕਰਨੀ ਪੈਂਦੀ। ਉਹ ਆਪਣੇ ਬਾਰੇ ਕਿਸੇ ਨੂੰ ਕੁਝ ਵੀ ਦੱਸ ਨਹੀਂ ਸਨ ਸਕਦੀਆਂ। ਉਹਨਾਂ ਨੂੰ ਮਾਨਸਿਕ ਅਤੇ ਸਰੀਰਕ ਤਸੀਹੇ
ਪੈਸੇ ਦੇ ਕੇ ਇੰਨਾ ਡਰਾ ਦਿੱਤਾ ਜਾਂਦਾ ਕਿ ਉਹ ਮੂੰਹੋਂ ਇੱਕ ਸ਼ਬਦ ਵੀ ਨਾ ਬੋਲ ਸਕਦੀਆਂ। ਇਹ ਡਿਲੀਵਰੀ ਵੀ ਸ਼ਾਇਦ ਇਹੋ ਜਿਹੀ ਹੋ ਸਕਦੀ ਸੀ। ਟੋਨੀ ਆਪਣੀ ਛੋਟੀ ਜਿਹੀ ਵੌਕਸਵੈਗਨ ਪੋਲੋ ਕਾਰ ਵਿੱਚ ਜਾ ਰਿਹਾ ਸੀ। ਜਦ ਉਸਨੂੰ ਬਰਡ ਦੀ ਈਮੇਲ ਆਈ ਤਾਂ ਉਹ ਪਹਿਲੀ ਹੀ ਸਰਵਿਸ ਤੇ ਰੁਕ ਗਿਆ। ਈਮੇਲ ਪੜ੍ਹ ਕੇ ਉਸਨੇ ਵਿਚਾਰ ਕੀਤੀ। ਅਜੇ ਉਹ ਸੋਚ ਹੀ ਰਿਹਾ ਸੀ ਕਿ ਬਰਡ ਦੀ ਇੱਕ ਹੋਰ ਈਮੇਲ ਆ ਗਈ। ਉਸ ਵਿੱਚ ਉਸਨੇ ਯੰਗ ਨਾਈਟ ਕਲੱਬ ਦਾ ਪਤਾ ਲਿਖਿਆ ਸੀ। ਟੋਨੀ ਨੇ ਕਾਰ ਲੰਡਨ ਨੂੰ ਮੋੜ ਲਈ, ਦੱਸੇ ਕਲੱਬ ਦਾ ਪਤਾ ਗੂਗਲ ਮੈਪ ਵਿੱਚ ਪਾਇਆ ਤੇ ਲੰਡਨ ਨੂੰ ਚੱਲ ਪਿਆ। ਨਾਲ ਹੀ ਉਸਨੇ ਆਪਣੀ ਫਰੈਂਡ ਕੈਲੀ ਨੂੰ ਫੋਨ ਕਰ ਲਿਆ। ਅੱਜ ਦੀ ਸ਼ਾਮ ਮੇਰੇ ਨਾਲ ਬਿਤਾ ਸਕਦੀ ਹੈ? ਕਿੰਨੇ ਦਿਨ ਹੋ ਗਏ ਮਿਲਿਆ ਨੂੰ, ਤੂੰ ਆ ਜਾ, ਮੈਂ ਤੈਨੂੰ ਐਡਰੈਸ ਟੈਕਸਟ ਕਰ ਦਿੰਨੀ ਆ। ਕੁਝ ਦੇਰ ਬਾਅਦ ਉਹ ਕੈਲੀ ਦੇ ਫਲੈਟ ਦੇ ਬਾਹਰ ਖੜਾ ਸੀ। ਆਪ ਉਹ ਘਰ ਨਹੀਂ ਸੀ, ਉਸਨੇ ਅੱਧੇ ਘੰਟੇ ਬਾਅਦ ਆਉਣਾ ਸੀ। ਉਸ ਦੀ ਫਲੈਟ ਵਿੱਚ ਰਹਿੰਦੀ ਸਹੇਲੀ ਨੇ ਟੋਨੀ ਨੂੰ ਚਾਹ ਪਿਲਾਈ ਤੇ ਕੁਝ ਦੇਰ ਗੱਲਾਂ ਕਰਦੀ ਰਹੀ। ਕੈਲੀ ਆਈ ਤਾਂ ਟੋਨੀ ਉਸਨੂੰ ਭੱਜ ਕੇ ਮਿਲਿਆ। ਕੈਲੀ ਨੇ ਲੰਡਨ ਰਹਿੰਦਿਆਂ ਕੁਝ ਹੋਰ ਵੀ ਅਸਥਾਈ ਜਿਹੇ ਸੰਬੰਧ ਬਣਾਏ ਸਨ। ਟੋਨੀ ਨੂੰ ਮਿਲ ਕੇ ਉਸਨੂੰ ਇੱਕ ਵਾਰੀ ਫੇਰ ਪੁਰਾਣੇ ਦਿਨ ਯਾਦ ਆ ਗਏ। ਕੁਝ ਦੇਰ ਬਾਅਦ ਉਸਦੀ ਸਹੇਲੀ ਉਹਨਾਂ ਨੂੰ ਇਕੱਲਿਆਂ ਛੱਡ ਕੇ ਚਲੀ ਗਈ। ਉਹ ਸ਼ਾਮ ਨੂੰ 4 ਵਜੇ ਬਾਹਰ ਨਿਕਲੇ ਤੇ ਆਫਟਰਨੂਨ ਟੀ ਲਈ ਚਲੇ ਗਏ। 2 ਘੰਟੇ ਬਾਅਦ ਉਹ ਦੁਕਾਨਾਂ ਵਿੱਚ ਚੱਕਰ ਲਾਉਣ ਲੱਗੇ, ਭਾਵੇਂ ਉਹਨਾਂ ਨੇ ਖਰੀਦਿਆ ਕੁਝ ਨਹੀਂ। 8 ਵਜੇ ਉਹਨਾਂ ਨੇ ਟ੍ਰੇਨ ਫੜੀ ਤੇ ਕਲੱਬ ਨੂੰ ਚਲੇ ਗਏ। ਟੋਨੀ ਨੇ ਕੈਲੀ ਨੂੰ ਕੁਝ ਨਹੀਂ ਸੀ ਦੱਸਿਆ। ਜਦੋਂ ਉਹ 9 ਵਜੇ ਕਲੱਬ ਵਿੱਚ ਪਹੁੰਚੇ ਤਾਂ ਵਾਵਾ ਰੰਗ ਵੱਜ ਚੁੱਕਿਆ ਸੀ। ਟੋਨੀ ਤਾਂ ਬੌਬ ਨੂੰ ਦੇਖਣਾ ਚਾਹੁੰਦਾ ਸੀ। ਉਸਨੇ ਉਸਦੀ ਲੋਕੇਸ਼ਨ ਚੈੱਕ ਕੀਤੀ, ਉਹ ਤਾਂ ਕਲੱਬ ਵਿੱਚ ਹੀ ਹੋਣਾ ਚਾਹੀਦਾ ਸੀ। ਟੋਨੀ ਦੀਆਂ ਅੱਖਾਂ ਚਾਰੇ ਪਾਸੇ ਦਾ ਐਕਸ-ਰੇ ਕਰ ਰਹੀਆਂ ਸਨ। ਬੌਬ ਕਿੱਥੇ ਹੋ ਸਕਦਾ ਸੀ? ਉਹ ਸੋਚ ਰਿਹਾ ਸੀ, ਪਰ ਉਸਨੂੰ ਕੋਈ ਰਾਹ ਨਹੀਂ ਸੀ ਮਿਲ ਰਿਹਾ। ਕੁਝ ਦੇਰ ਬਾਅਦ ਇੱਕ ਦਾੜੀ ਵਾਲਾ ਆਦਮੀ ਉਹਨਾਂ ਕੋਲ ਆਇਆ। ਸਰ, ਤੁਹਾਨੂੰ ਬੌਸ ਨੇ ਬੁਲਾਇਆ। ਟੋਨੀ ਨੇ ਹੈਰਾਨੀ ਨਾਲ ਉਸ ਵੱਲ ਵੇਖਿਆ ਤੇ ਕੈਲੀ ਵੱਲ ਵੀ। ਤੁਹਾਡੇ ਬੌਸ ਨੂੰ ਤਾਂ ਮੈਂ ਜਾਣਦਾ ਹੀ ਨਹੀਂ। ਸਰ ਨੇ ਤੁਹਾਨੂੰ ਹੁਣੇ ਹੀ ਬੁਲਾਇਆ ਦਫ਼ਤਰ 'ਚ। ਉਸਦੇ ਬੋਲਾਂ ਵਿੱਚ ਦ੍ਰਿੜਤਾ ਸੀ, ਪਰ ਉਸਨੇ ਨਿਮਰਤਾ ਕਾਇਮ ਰੱਖੀ। ਕੈਲੀ ਹੋਰ ਵੀ ਹੈਰਾਨ ਸੀ। ਉਸਨੂੰ ਪਤਾ ਨਹੀਂ ਸੀ ਲੱਗ ਰਿਹਾ ਉਹ ਖੁਸ਼ ਹੋਵੇ ਜਾਂ ਡਰੇ ਕਿ ਬੌਸ ਕੌਣ ਹੋਇਆ। ਟੋਨੀ ਸੀਟ ਤੋਂ ਖੜਾ ਹੋਇਆ ਤੇ ਕੈਲੀ ਨੂੰ ਕਿਹਾ, ਤੂੰ ਬਹਿ, ਮੈਂ ਆਇਆ। ਮਾਫ ਕਰਨਾ, ਉਹਨਾਂ ਨੇ ਤੁਹਾਨੂੰ ਦੋਵਾਂ ਨੂੰ ਬੁਲਾਇਆ। ਉਲਝਣ ਜਿਹੀ ਵਿੱਚ ਉਹ ਵੀ ਉੱਠ ਖੜੀ ਹੋਈ। ਉਸਨੂੰ ਸਮਝ ਲੱਗ ਗਈ ਸੀ ਕਿ ਉਸ ਕੋਲ ਕੋਈ ਹੋਰ ਰਾਹ ਨਹੀਂ ਸੀ। ਬਾਰ ਦੇ ਬਗਲ ਵਾਲੀ ਡੋਰ ਵਿੱਚੋਂ ਦੀ ਲੰਘ ਕੇ ਉਹ ਪੌੜੀਆਂ ਚੜਨ ਦੀ ਥਾਂ ਲਿਫਟ ਵਿੱਚ ਚੜ ਗਏ। ਟੋਨੀ ਦੇ ਦਿਮਾਗ ਵਿੱਚ ਬਹੁਤਾ ਫਿਕਰ ਕੈਲੀ ਦਾ ਸੀ। ਉਹ ਉਸਨੂੰ ਕਿਸੇ ਤਰ੍ਹਾਂ ਕਲੱਬ ਚੋਂ ਬਾਹਰ ਕੱਢਣਾ ਚਾਹੁੰਦਾ ਸੀ। ਆਉਣ ਵਾਲੇ ਪਲ ਉਸਨੂੰ ਸਿਖਾਵੇਂ ਨਹੀਂ ਸਨ ਲੱਗਦੇ। ਲਿਫਟ ਰੁਕੀ ਤਾਂ ਉਸਨੇ ਉਹਨਾਂ ਨੂੰ ਬਾਹਰ ਆਉਣ ਦਾ ਇਸ਼ਾਰਾ ਕੀਤਾ। ਟੋਨੀ ਨੇ ਨਜ਼ਰ ਘੁਮਾਈ। ਸਾਰੇ ਕਮਰਿਆਂ ਦੇ ਦਰਵਾਜ਼ੇ ਬੰਦ ਪਏ ਸਨ। ਉਸ ਆਦਮੀ ਨੇ ਖੱਬੇ ਹੱਥ ਚੱਲਣ ਲਈ ਕਿਹਾ। ਆਪ ਉਹ ਉਹਨਾਂ ਦੇ ਪਿੱਛੇ ਸੀ। ਤੀਜੇ ਬੂਹੇ ਕੋਲ ਜਾ ਕੇ ਉਸਨੇ ਅੱਗੇ ਉਹ ਦਰਵਾਜ਼ਾ ਖੋਲ੍ਹਿਆ। ਟੋਨੀ ਅੰਦਰ ਚਲਾ ਗਿਆ। ਉਸਦੇ ਪਿੱਛੇ ਕੈਲੀ ਸੀ। ਅੱਗੇ ਮੇਜ਼ ਦੇ ਦੂਜੇ ਪਾਸੇ ਰੰਧਾਵਾ ਬੈਠਾ ਸੀ। ਟੋਨੀ ਦਾ ਫਿਕਰ ਨਿਮਰਤ ਹੋ ਗਿਆ। ਰੰਧਾਵੇ ਨੇ ਉਸ ਨਾਲ ਹੱਥ ਮਿਲਾਇਆ ਤੇ ਟੋਨੀ ਨੇ ਕੈਲੀ ਦੀ ਜਾਣ ਪਛਾਣ ਕਰਾਈ। ਟੋਨੀ ਸਮਝ ਗਿਆ, ਸੀਸੀਟੀਵੀ ਕੈਮਰੇ ਨਾਲ ਰੰਧਾਵੇ ਨੇ ਉਸ ਨੂੰ ਪਛਾਣ ਲਿਆ ਸੀ। ਰੰਧਾਵੇ ਦੇ ਚਿਹਰੇ ਤੇ ਕੋਈ ਖਤਰੇ ਦੇ ਪ੍ਰਭਾਵ ਨਜ਼ਰ ਨਹੀਂ ਆ ਰਹੇ ਸਨ। ਉਹ ਉਸ ਦੇ ਸਾਹਮਣੇ ਕੁਰਸੀਆਂ ਤੇ ਬਹਿ ਗਏ। ਮਿਸਟਰ ਰੰਧਾਵਾ, ਮੈਨੂੰ ਨਹੀਂ ਸੀ ਪਤਾ ਤੁਹਾਡੀ ਇਹ ਕਲੱਬ ਵੀ ਆ। ਮੈਂ ਤਾਂ ਕੈਲੀ ਨੂੰ ਮਿਲਣ ਆਇਆ ਸੀ ਤੇ ਅਸੀਂ ਸ਼ਾਮ ਇਸ ਕਲੱਬ ਵਿੱਚ ਆ ਗਏ। ਇਹ ਵੀ ਮੌਕਾ ਮੇਲ ਹੀ ਹੈ ਕਿ ਇਹ ਕਲੱਬ ਤੁਹਾਡੀ ਹੈ। ਵਧਾਈਆਂ। ਟੋਨੀ ਨੇ ਹੱਸਦਿਆਂ ਹੱਥ ਮਿਲਾਇਆ। ਉਸਨੇ ਰੰਧਾਵੇ ਦੇ ਮੂੰਹ ਨੂੰ ਨਾਪਣ ਦੀ ਕੋਸ਼ਿਸ਼ ਕੀਤੀ। ਉਹ ਉਸ ਨੂੰ ਆਮ ਵਾਂਗ ਹੀ ਲੱਗਿਆ। ਕੀ ਪੀ ਰਹੇ ਹੋ? ਉਸਨੇ ਆਪਣੇ ਆਦਮੀ ਵੱਲ ਵੇਖਦਿਆਂ ਪੁੱਛਿਆ। ਵਾਈਨ ਮੀਡੀਅਮ ਪਲੀਜ਼। ਰੰਧਾਵੇ ਨੇ ਸਿਰ ਹਿਲਾਇਆ ਤੇ ਆਦਮੀ ਵਾਈਨ ਦੀ ਬੋਤਲ ਫਰਿੱਜ ਵਿੱਚੋਂ ਕੱਢ ਲਿਆਇਆ। ਉਸਨੇ 2 ਗਲਾਸਾਂ ਵਿੱਚ ਵਾਈਨ ਪਾਈ ਤੇ ਰੰਧਾਵੇ ਨੇ ਹੱਥ ਦੇ ਇਸ਼ਾਰੇ ਨਾਲ ਉਹਨਾਂ ਨੂੰ ਵਾਈਨ ਪੀਣ ਦਾ ਇਸ਼ਾਰਾ ਕੀਤਾ। ਟੋਨੀ ਨੇ ਗਲਾਸ ਚੱਕਿਆ ਤੇ ਰੰਧਾਵੇ ਵੱਲ ਵੇਖਦਿਆਂ ਥੋੜਾ ਉੱਚਾ ਕਰਕੇ ਉਸ ਦਾ ਧੰਨਵਾਦ ਕੀਤਾ। ਫਿਰ ਉਹ ਵਾਈਨ ਦਾ ਘੁੱਟ ਭਰਨ ਲੱਗੇ। ਕੁਝ ਦੇਰ ਗੱਲਾਂ ਕਰਨ ਬਾਅਦ ਰੰਧਾਵੇ ਨੇ ਆਪਣੇ ਬੰਦੇ ਨੂੰ ਟੋਨੀ ਤੋਂ ਪੈਸੇ ਨਾ ਲੈਣ ਤੇ ਜੋ ਉਸ ਨੂੰ ਚਾਹੀਦਾ ਸੀ ਪੇਸ਼ ਕਰਨ ਨੂੰ ਕਿਹਾ। ਟੋਨੀ ਨੇ ਉਸ ਤੋਂ ਛੁੱਟੀ ਲਈ ਤੇ ਹਲਕੇ ਮਨ ਨਾਲ ਬਾਹਰ ਆ ਗਏ। ਜਦੋਂ ਲਿਫਟ ਦੀ ਉਡੀਕ ਕਰ ਰਹੇ ਸਨ, ਲਿਫਟ ਆਈ ਤਾਂ ਉਸ ਵਿੱਚੋਂ 3 ਕੁੜੀਆਂ ਤੇ ਇੱਕ ਆਦਮੀ ਬਾਹਰ ਨਿਕਲੇ। ਕੁੜੀਆਂ ਡਰੀ ਹਿਰਨੀ ਵਾਂਗ ਸੁੰਗੜੀਆਂ ਖੜੀਆਂ ਸਨ। ਬੰਦੇ ਦੇ ਚਿਹਰੇ ਤੋਂ ਬੇਸ਼ਰਮੀ ਤੇ ਜ਼ੁਲਮ ਬੇਪਰਦ ਹੋ ਰਿਹਾ ਸੀ। ਟੋਨੀ ਨੂੰ ਬਹੁਤ ਹੱਦ ਤੱਕ ਯਕੀਨ ਹੋ ਗਿਆ ਕਿ ਇਹੋ ਡਿਲੀਵਰੀ ਹੈ ਜਿਸ ਦੀ ਉਡੀਕ ਹੋ ਰਹੀ ਸੀ। ਅਗਲਾ ਕਦਮ ਚੁੱਕਣ ਲਈ ਉਸ ਨੂੰ ਬਹੁਤ ਸੋਚਣਾ ਪੈਣਾ ਸੀ। ਜੇਲ੍ਹ ਦੇ ਮਾਹੌਲ ਬਾਰੇ ਸ਼ੇਰੇ ਨੇ ਜਾਂ ਤਾਂ ਲੋਕਾਂ ਤੋਂ ਸੁਣਿਆ ਸੀ ਜਾਂ ਕਿਸੇ ਫਿਲਮ ਵਿੱਚ ਕੁਝ ਸੀਨ ਵੇਖੇ ਸਨ। ਆਪ ਉਹ ਕੋਈ ਪੇਸ਼ਾਵਰ ਅਪਰਾਧੀ ਨਹੀਂ ਸੀ ਤੇ ਨਾ ਹੀ ਕਦੇ ਉਸ ਨੂੰ ਇਸ ਤੋਂ ਪਹਿਲਾਂ ਜੇਲ੍ਹ ਯਾਤਰਾ ਕਰਨ ਦੀ ਲੋੜ ਪਈ। ਭਾਰਤੀ ਜੇਲ੍ਹਾਂ ਨਾਲੋਂ ਲੰਡਨ ਦੀ ਜੇਲ੍ਹ ਕੁਝ ਸਖਾਵੀਂ ਸੀ, ਪਰ ਜੇਲ੍ਹ ਤਾਂ ਜੇਲ੍ਹ ਹੀ ਸੀ। ਜੇਲ੍ਹ ਵਿੱਚ ਤਾਂ ਛੋਟੇ ਵੱਡੇ ਅਪਰਾਧੀ ਹੋਣੇ ਸਨ। ਸ਼ੇਰੇ ਨੂੰ ਉਹਨਾਂ ਨਾਲ ਘੁਲਣ ਮਿਲਣ ਵਿੱਚ ਹਿਚਕਚਾਹਟ ਹੋ ਰਹੀ ਸੀ। ਪੰਜਾਬੀ ਬੰਦਿਆਂ ਦੀ ਘਾਟ ਵੀ ਸਮੱਸਿਆ ਸੀ। ਪਹਿਲਾਂ ਉਸ ਨੂੰ ਜ਼ਮਾਨਤ ਹੋ ਜਾਣ ਦੀ ਪੱਕੀ ਉਮੀਦ ਸੀ। ਜ਼ਮਾਨਤ ਨਾ ਹੋਣ ਦਾ ਮਤਲਬ ਸੀ ਜੇਲ੍ਹ ਵਿੱਚ ਹੋਰ ਸਮਾਂ ਬਿਤਾਉਣਾ। ਜੇ ਉਹ ਪਰੀ ਵੀ ਹੋ ਜਾਂਦਾ ਤਾਂ ਅਜੇ ਕੋਰਟ ਵਿੱਚ ਕੇਸ ਨੂੰ ਜਾਣ ਨੂੰ 6 ਮਹੀਨੇ ਲੱਗਣੇ ਸਨ। ਉਸ ਤੋਂ ਬਾਅਦ 2-3 ਹਫ਼ਤੇ ਲਗਾਤਾਰ ਕੇਸ ਚੱਲਣਾ ਸੀ ਤੇ ਫਿਰ ਜਿਊਰੀ ਨੇ ਫੈਸਲਾ ਦੇਣਾ ਸੀ। ਜਿਊਰੀ ਦੇ ਫੈਸਲੇ ਅਨੁਸਾਰ
ਜੱਜ ਨੇ ਤਾਂ ਜਾਂ ਸਜ਼ਾ ਸੁਣਾਉਣੀ ਸੀ ਜਾਂ ਜਿਊਰੀ ਉਸ ਨੂੰ ਬਰੀ ਕਰ ਦਿੰਦੀ। ਜੇ ਜਿਊਰੀ ਉਸ ਨੂੰ ਬਰੀ ਕਰ ਦਿੰਦੀ ਤਾਂ ਜੱਜ ਨੇ ਵੀ ਉਸ ਨੂੰ ਬਰੀ ਕਰਨਾ ਸੀ, ਪਰ ਹੁਣ ਉਸ ਨੂੰ ਬਰੀ ਹੋਣ ਦੀ ਉਮੀਦ ਘੱਟ ਲੱਗਦੀ ਸੀ। ਜੀਤਾਂ ਦੀ ਬੇਵਫਾਈ ਦਾ ਗੁੱਸਾ ਉਸ ਨੂੰ ਦਿਨ ਵਿੱਚ ਬਹੁਤ ਵਾਰ ਆਉਂਦਾ। ਇਹ ਉਸ ਨੂੰ ਆਪਣੀ ਤੇ ਆਪਣੇ ਪਰਿਵਾਰ ਦੀ ਬੇਇੱਜ਼ਤੀ ਲੱਗਦਾ। ਕਤਲ ਕਰਨ ਵਾਲੇ ਤਾਂ ਹੋਰ ਲੋਕ ਵੀ ਸਨ, ਪਰ ਕਿਸੇ ਨੇ ਆਪਣੀ ਪਤਨੀ ਦਾ ਕਤਲ ਨਹੀਂ ਸੀ ਕੀਤਾ। ਅਜਿਹੀ ਗੱਲ ਵੈਸੇ ਇੰਗਲੈਂਡ ਵਿੱਚ ਘੱਟ ਵਾਪਰਦੀ। ਇਸ ਗੱਲ ਦਾ ਸ਼ੇਰੇ ਨੂੰ ਪਤਾ ਸੀ, ਇਸ ਕਰਕੇ ਉਹ ਆਪਣੀ ਪਤਨੀ ਦੇ ਕਤਲ ਨੂੰ ਖੁੱਲ੍ਹ ਕੇ ਨਾ ਮੰਨਦਾ। ਉਹ ਇਸ ਨੂੰ ਐਕਸੀਡੈਂਟ ਦਾ ਨਾਂ ਦਿੰਦਾ, ਪਰ ਉਸਦੇ ਮਨ ਵਿੱਚ ਜੀਤਾਂ ਦੇ ਕੀਤੇ ਪ੍ਰਤੀ ਹੱਦ ਦਰਜੇ ਦਾ ਗੁੱਸਾ ਸੀ। ਕੁਝ ਸਮੇਂ ਬਾਅਦ ਉਸਦਾ ਗੁੱਸਾ ਕੁਝ ਹਲਕਾ ਹੋ ਗਿਆ। ਹੁਣ ਜੀਤਾਂ ਰਾਜੂ ਨੂੰ ਪਿਆਰ ਦੀ, ਨਹਾਉਂਦੀ, ਪੜਾਉਂਦੀ, ਖੜਾਉਂਦੀ, ਵੱਖੋ-ਵੱਖ ਰੂਪਾਂ ਵਿੱਚ ਦਿਸਦੀ। ਰਾਜੂ ਦਾ ਨਾਜਰ ਦੇ ਘਰ ਵਿੱਚ ਰਹਿਣਾ ਉਸ ਨੂੰ ਬੁਰਾ ਨਹੀਂ ਸੀ ਲੱਗਦਾ, ਪਰ ਠੀਕ ਵੀ ਨਹੀਂ ਸੀ ਲੱਗਦਾ। ਉਹ ਰਾਜੂ ਦਾ ਆਪਣੇ ਆਪ ਨੂੰ ਗੁਨਾਹਗਾਰ ਮੰਨਦਾ ਸੀ, ਜਿਸ ਦਾ ਪਿਓ ਜਿਉਂਦਾ ਹੋ ਕੇ ਵੀ ਉਸ ਤੋਂ ਦੂਰ ਬੈਠਾ ਸੀ। ਉਸ ਦਾ ਖਿਆਲ ਪਿੰਡ ਵੱਲ ਜਾਂਦਾ। ਪਿੰਡ ਦੇ ਲੋਕ ਕਿਹੋ ਜਿਹੀਆਂ ਗੱਲਾਂ ਕਰਦੇ ਹੋਣਗੇ, ਉਹਦੇ ਘਰ ਵਾਲੇ ਕੀ ਸੋਚਦੇ ਹੋਣੇ। ਸਭ ਤੋਂ ਵੱਧ ਉਸ ਨੂੰ ਸਹੁਰਿਆਂ ਬਾਰੇ ਸੋਚ ਕੇ ਤਕਲੀਫ ਹੁੰਦੀ। ਉਹਨਾਂ ਨੇ ਸ਼ਿੰਦਰ ਦੀ ਥਾਂ ਜੀਤਾਂ ਉਸ ਦੀ ਝੋਲੀ ਪਾਈ ਸੀ। ਹੁਣ ਉਹਨਾਂ ਦੀ ਕਿਹੋ ਜਿਹੀ ਹਾਲਤ ਹੋਵੇਗੀ, ਜਿਨ੍ਹਾਂ ਨੇ ਉਸ ਨੂੰ 2 ਧੀਆਂ ਦਿੱਤੀਆਂ ਤੇ ਦੋਵੇਂ ਜੱਗ ਨੂੰ ਅਲਵਿਦਾ ਕਹਿ ਗਈਆਂ। ਹੁਣ ਉਸ ਨੂੰ ਲੱਗਦਾ ਜਿਵੇਂ ਸ਼ਿੰਦਰ ਉਸ ਦੇ ਸੁਪਨੇ ਵਿੱਚ ਆਉਂਦੀ ਹੋਵੇ। ਉਸ ਦੇ ਹੱਥ ਸਦਾ ਢਾਕਾਂ ਤੇ ਹੁੰਦੇ, ਅੱਖਾਂ ਵਿੱਚੋਂ ਅੱਗ ਨਿਕਲਦੀ, ਉਸ ਦੇ ਚਿਹਰੇ ਤੇ ਅੰਤਾਂ ਦਾ ਗੁੱਸਾ ਹੁੰਦਾ। ਉਹ ਪੁੱਛਦੀ, ਤੂੰ ਕਿਸ ਹੱਕ ਨਾਲ ਜੀਤਾਂ ਦਾ ਕਤਲ ਕੀਤਾ? ਜੀਤਾਂ ਨੂੰ ਰਾਜੂ ਖਾਤਰ ਭੇਜਿਆ ਸੀ, ਤੇਰੇ ਖਾਤਰ ਨਹੀਂ। ਉਹ ਜਿਵੇਂ ਉਸ ਨੂੰ ਸਵਾਲ ਕਰ ਰਹੀ ਹੋਵੇ, ਇੰਨੇ ਸਾਲ ਇਕੱਲਾ ਰਹਿ ਕੇ ਤੂੰ ਕਿਹੜਾ ਕਿਸੇ ਹੋਰ ਔਰਤ ਨਾਲ ਹਮਬਿਸਤਰੀ ਨਹੀਂ ਕੀਤੀ? ਜੀਤਾਂ ਦੇ ਜਜ਼ਬਾਤ ਉਸ ਨੂੰ ਇੱਕ ਛਾਲਾ ਵਾਂਗ ਵਹਾ ਕੇ ਲੈ ਗਏ। ਤੇ ਤੂੰ ਉਹਦਾ ਕਤਲ ਕਰ ਦਿੱਤਾ। ਪਹਿਲਾਂ ਆਪਦੇ ਬਾਰੇ ਤਾਂ ਸੋਚਦਾ। ਸ਼ੇਰਾ ਮਰਦ ਹੋਣ ਦਾ ਸਹਾਰਾ ਲੈਂਦਾ। ਔਰਤ ਦੀ ਇੱਜ਼ਤ ਤਾਂ ਹੈ ਹੀ ਪਤੀਵਰਤਾ ਹੋਣ 'ਚ। ਜੀਤਾਂ ਨੇ ਆਪਦੀ ਆਣ ਇੱਜ਼ਤ ਦਾ ਖੁਦ ਹੀ ਕਤਲ ਕਰ ਲਿਆ। ਇਹੋ ਜਿਹੀਆਂ ਸੋਚਾਂ ਉਸ ਨੂੰ ਘੇਰੀ ਰੱਖਦੀਆਂ। ਉਸ ਨੂੰ ਹੁਣ ਜੀਤਾਂ ਤੇ ਉਹਨਾਂ ਗੁੱਸਾ ਨਹੀਂ ਸੀ ਆਉਂਦਾ, ਪਰ ਉਹ ਉਸ ਨੂੰ ਮਾਫ ਵੀ ਨਹੀਂ ਸੀ ਕਰ ਸਕਿਆ। ਹੁਣ ਉਸ ਦੇ ਮਨ ਵਿੱਚ ਹੋਰ ਸਵਾਲ ਉੱਠਦੇ। ਜੇ ਉਹ ਬਰੀ ਹੋ ਕੇ ਜਾਂ ਕੈਦ ਕੱਟ ਕੇ ਘਰ ਜਾਵੇਗਾ ਤਾਂ ਰਾਜੂ ਉਸ ਬਾਰੇ ਕੀ ਸੋਚੇਗਾ? ਕਿਤੇ ਅਜਿਹਾ ਤਾਂ ਨਹੀਂ ਕਿ ਰਾਜੂ ਉਸ ਨਾਲ ਕਲਾਮ ਨਾ ਕਰੇ? ਪੱਛਮੀ ਸੱਭਿਅਤਾ ਵਿੱਚ ਪਲਦਾ ਰਾਜੂ ਜੀਤਾਂ ਦੇ ਮਾਮਲੇ ਨੂੰ ਵੱਖਰੇ ਨਜ਼ਰੀਏ ਤੋਂ ਵੇਖੇਗਾ। ਸ਼ੇਰਾ ਦਿਨੋਂ ਦਿਨ ਉਦਾਸ ਰਹਿਣ ਲੱਗਿਆ। ਸ਼ੇਰੇ ਦੇ ਮਨ ਵਿੱਚ ਆਇਆ ਤੇ ਉਸਨੇ ਜਿੰਨਾ ਕੁ ਉਸਨੂੰ ਪਾਠ ਯਾਦ ਸੀ ਉਹਨਾਂ ਪਾਠ ਕਰਨਾ ਸ਼ੁਰੂ ਕਰ ਦਿੱਤਾ। ਵਾਲ ਕੱਟਣੇ ਛੱਡ ਦਿੱਤੇ ਤੇ ਨਾਜਰ ਦੇ ਮਾਸਟਰ ਨੂੰ ਮਿਲਣ ਆਉਣ ਲਈ ਬੇਨਤੀ ਕੀਤੀ। ਨਾਜਰ ਨੂੰ ਉਸਨੇ ਪੱਗ ਲਿਆਉਣ ਲਈ ਕਹਿ ਦਿੱਤਾ। ਮਾਸਟਰ ਜੀ, ਮੰਗਲਵਾਰ ਨੂੰ ਫੇਰ ਆਪਾਂ ਸ਼ੇਰੇ ਨੂੰ ਮਿਲਣ ਜਾਣਾ। ਹੋਰ ਤਾਂ ਉਹਨੇ ਆਪਾਂ ਨੂੰ ਕੁਝ ਨਹੀਂ ਕਿਹਾ ਲਾਉਣ ਨੂੰ। ਸ਼ੇਰੇ ਨੇ ਗੁਟਕਾ ਲਿਆਉਣ ਨੂੰ ਕਿਹਾ। ਆਪਾਂ ਲੈ ਚੱਲਾਂਗੇ। ਨਾਜਰ ਹੈਰਾਨ ਸੀ। ਸ਼ੇਰਾ ਤੇ ਗੁਟਕਾ? ਮੈਨੂੰ ਸਮਝ ਨਹੀਂ ਆਈ। ਮਨੁੱਖ ਦਾ ਮਨ ਥਾਲੀ ਦੇ ਪਾਣੀ ਵਾਂਗ ਹੁੰਦਾ। ਜਦੋਂ ਮਨ ਟਿਕਾਣੇ ਨਾ ਰਹੇ ਤਾਂ ਉਹ ਕੋਈ ਸਹਾਰਾ ਭਾਲਦਾ। ਧਰਮ ਮਨੁੱਖ ਨੂੰ ਸਹਾਰਾ ਹੀ ਦਿੰਦਾ। ਨਾਜਰਾ ਬੰਦਾ ਜਦੋਂ ਬਦਲਣ ਲੱਗਦਾ ਉਹਦਾ ਪਤਾ ਨਹੀਂ ਲੱਗਦਾ। ਮੈਨੂੰ ਤਾਂ ਲੱਗਦਾ ਹੁਣ ਉਹ ਆਪਦੀ ਭੁੱਲ ਗੁਰੂ ਤੋਂ ਬਖਸ਼ਾਉਣਾ ਚਾਹੁੰਦਾ। ਉਹ ਭਾਵੇਂ ਮੰਨੇ ਨਾ ਮੰਨੇ। ਮਾਸਟਰ ਮੁਸਕਰਾਇਆ। ਪਤਾ ਨਹੀਂ ਮਾਸਟਰ ਜੀ, ਘਰ ਤਾਂ ਪੱਟਿਆ ਗਿਆ। ਹੁਣ ਗੁਰੂ ਚਾਹੇ ਭੁੱਲ ਬਖਸ਼ ਦੇਵੇ ਚਾਹੇ ਨਾ। ਨਾਜਰ ਨੇ ਹੌਂਕਾ ਭਰਿਆ। ਉਹ ਸਮੇਂ ਸਿਰ ਜੇਲ੍ਹ ਵਿੱਚ ਮੁਲਾਕਾਤ ਲਈ ਪਹੁੰਚ ਗਏ। ਹੋਰ ਲੋਕ ਵੀ ਮੁਲਾਕਾਤਾਂ ਲਈ ਪਹੁੰਚੇ ਸਨ। ਕੈਦੀਆਂ ਦੇ ਵੱਖੋ-ਵੱਖ ਰੰਗਾਂ ਦੇ ਕੱਪੜੇ ਪਾਏ ਹੋਏ ਸਨ। ਨਾਜਰ ਨੇ ਮਾਸਟਰ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਉਸ ਨੂੰ ਵੀ ਪਤਾ ਨਹੀਂ ਸੀ। ਮੁਲਾਕਾਤ ਦਾ ਸਮਾਂ ਹੋ ਗਿਆ ਤੇ ਉਹਨਾਂ ਨੇ ਸ਼ੇਰੇ ਨੂੰ ਮਿਲਣ ਲਈ ਲਿਜਾਇਆ ਗਿਆ। ਸ਼ੇਰੇ ਦੀ ਵਧੀ ਉਦਾੜੀ ਵੇਖ ਕੇ ਦੋਵੇਂ ਹੈਰਾਨ ਹੋ ਗਏ। ਵੈਸੇ ਵੀ ਉਸਦੇ ਚਿਹਰੇ ਤੇ ਅਜੀਬ ਜਿਹੀ ਗੰਭੀਰਤਾ ਤੇ ਸਥਿਰਤਾ ਸੀ, ਜਿਸ ਨੂੰ ਮਾਸਟਰ ਨੇ ਸਮਝਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ। ਹੋਰ ਸੁਣਾ ਸ਼ੇਰ ਸਿਆਂ, ਕਹਿ ਕੇ ਉਹਨਾਂ ਨੇ ਘਰ ਤੇ ਰਾਜੂ ਬਾਰੇ ਸਭ ਵਿਸਥਾਰ ਨਾਲ ਦੱਸਿਆ ਤੇ ਗੁਟਕਾ ਉਸਦੇ ਹਵਾਲੇ ਕਰ ਦਿੱਤਾ। ਉਸਨੇ ਗੁਟਕਾ ਮੱਥੇ ਨੂੰ ਛੁਹਾਇਆ ਤੇ ਸਤਿਕਾਰ ਨਾਲ ਫੜ ਲਿਆ। ਮਾਸਟਰ ਜੀ ਨਹੀਂ ਲੱਗਦਾ, ਮਨ ਉਦਰਿਆ ਜਿਹਾ ਰਹਿੰਦਾ। ਮੈਂ ਸੋਚਿਆ ਸ਼ਾਇਦ ਪਾਠ ਨਾਲ ਹੀ ਕੁਝ ਫਰਕ ਪਵੇ। ਸ਼ੇਰੇ ਨੇ ਆਪਣਾ ਮਨ ਫਰੋਲਿਆ। ਆਹ ਤੂੰ ਚੰਗਾ ਕੀਤਾ ਜਿਹੜਾ ਪਾਠ ਕਰਨ ਲੱਗ ਗਿਆ। ਮਨ ਦੂਜੇ ਪਾਸੇ ਲੱਗ ਜਾਏ ਤਾਂ ਜੀ ਵੀ ਲੱਗਣ ਲੱਗ ਜੂ। ਮੈਂ ਤਾਂ ਅੰਮ੍ਰਿਤਪਾਨ ਕਰਨ ਦਾ ਮਨ ਬਣਾਈ ਬੈਠਾ, ਪਰ ਜੇਲ੍ਹ 'ਚ ਸੁੱਚਮ ਨਹੀਂ ਰਹਿੰਦੀ। ਸ਼ੇਰ ਸਿਆਂ, ਪਹਿਲਾਂ ਮਨ ਸੁੱਚਾ ਕਰਕੇ ਅੰਮ੍ਰਿਤਪਾਨ ਯੋਗ ਬਣਾਉਣਾ ਚਾਹੀਦਾ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਪਰਾਇਆ ਹੱਕ, ਊਚ ਨੀਚ, ਨਾ ਬਰਾਬਰਤਾ ਵਰਗੀਆਂ ਮਲਾਮਤਾਂ ਤੇ ਕਾਬੂ ਪਾਉਣ ਲਈ ਸਾਧਨਾ ਕਰਨੀ ਚਾਹੀਦੀ ਹੈ। ਜਿਵੇਂ ਜਿਵੇਂ ਸਾਧਨਾ ਸਫਲ ਹੋਈ ਜਾਂਦੀ ਹੈ, ਬੰਦੇ ਦਾ ਸਵੈ ਵਿਸ਼ਵਾਸ ਵੱਧਦਾ ਜਾਂਦਾ ਹੈ। ਬਹੁਤ ਅਖਿਆਈਆਂ ਵਿੱਚੋਂ ਦੀ ਗੁਜ਼ਰਨਾ ਪੈਂਦਾ ਸ਼ੇਰ ਸਿਆਂ, ਸਹੀ ਅਰਥਾਂ 'ਚ ਅੰਮ੍ਰਿਤਪਾਨ ਕਰਨ ਦੀ ਯੋਗ ਹੋਣ ਲਈ। ਬਹੁਤ ਔਖਾ ਹੈ। ਸ਼ਿੰਦਰ ਹੀ ਨਹੀਂ ਖੇੜਾ ਛੱਡਦੀ। ਜਦੋਂ ਉਹਦੇ ਕੋਲ ਪਹੁੰਚਿਆ ਤੇ ਪਤਾ ਨਹੀਂ ਕੀ ਕਰੂ। ਸ਼ੇਰਾ ਜਿਵੇਂ ਕਿਸੇ ਡੂੰਘੇ ਖੂਹ 'ਚੋਂ ਬੋਲ ਰਿਹਾ ਹੋਵੇ। ਢਾਹੂ ਸੋਚੀਦਾ ਨਹੀਂ ਤੇ ਨਾ ਹੀ ਗੱਲਾਂ ਕਰੀਦੀਆਂ। ਵਾਹ ਲੱਗਦੀ ਸ਼ਾਇਦ ਤੈਨੂੰ ਸਜ਼ਾ ਨਾ ਹੀ ਹੋਵੇ ਜਾਂ ਮਾੜੀ ਮੋਟੀ ਹੋ ਜੇ। ਵੈਸੇ ਵੀ ਇਸ ਦੇਸ਼ 'ਚ ਫਾਂਸੀ ਦੀ ਸਜ਼ਾ ਤਾਂ ਬੰਦ ਕੀਤੀ ਹੈ। ਤੂੰ ਚੰਗਾ ਸੋਚੇਗਾ ਤਾਂ ਮਨ ਵੀ ਚੰਗਾ ਮਹਿਸੂਸ ਕਰੂ। ਮਾਸਟਰ ਨੇ ਉਸ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕੀਤੀ। ਯਾਰ, ਅੱਡੋ ਅੱਡ ਰੰਗਾਂ ਦੇ ਕੱਪੜੇ ਕਿਉਂ ਪਾਏ ਆ ਕੈਦੀਆਂ ਦੇ? ਨਾਜਰ ਨੇ ਗੱਲ ਨੂੰ ਮੋੜਾ ਦਿੱਤਾ। ਸੰਤਰੀ ਰੰਗ ਤਾਂ ਬਹੁਤ ਭੈੜੇ ਵਰਤਾਅ ਵਾਲਿਆਂ ਲਈ ਆ ਤੇ ਨੀਲਾ ਚੰਗੇ ਚਾਲ ਚੱਲਣ ਵਾਲਿਆਂ ਵਾਸਤੇ ਆ। ਹਰਾ ਜਿਹਦਾ ਆਤਮ ਹੱਤਿਆ ਕਰਨ ਦਾ ਖਤਰਾ ਹੋਵੇ। ਘੰਟੀ ਖੜਕੀ ਤੇ ਮੁਲਾਕਾਤ ਦਾ ਸਮਾਂ ਖਤਮ ਹੋ ਗਿਆ। ਇੱਕ ਵਾਰੀ ਫੇਰ ਉਸ ਨੂੰ ਬੇਫਿਕਰ ਰਹਿਣ ਦਾ ਰਸਮੀ ਜਿਹਾ ਸੁਨੇਹਾ ਦੇ ਕੇ ਉਹ ਬਾਹਰ ਆ ਗਏ। ਕਾਰ ਪਾਰਕ ਵਿੱਚ ਗਏ ਤਾਂ 2 ਵੱਡੀ ਉਮਰ ਦੀਆਂ ਔਰਤਾਂ ਆ ਰਹੀਆਂ ਸਨ। ਨਾਜਰ ਦੀ ਕਾਰ ਦੀ ਡੋਰ ਖੋਲਣ ਦੀ ਥਾਂ ਉਹਨਾਂ ਦੇ ਵੱਲ ਵੇਖਣ ਲੱਗਿਆ
ਤੇ ਮਾਸਟਰ ਬੋਲਿਆ, ਆਇਆ ਅੰਦਰ, ਇੰਨਾ ਚੋਂ ਕੀ ਲੱਭਦਾ ਹੈ? ਦੋਹਾਂ ਔਰਤਾਂ ਦੀਆਂ ਸਕਰਟਾਂ ਵੱਲ ਦੇਖੋ, ਇੱਕ ਦੀ ਗੋਡਿਆਂ ਤੋਂ ਉੱਤੇ ਹੈ ਤੇ ਦੂਜੀ ਦੀ ਪਿੰਜਣੀਆਂ ਤੋਂ ਥੱਲੇ। ਆਹੋ ਜੀ, ਹੁਣ ਸਮੇਂ ਬਦਲ ਗਏ। 62 ਤੋਂ ਬਾਅਦ ਬਹੁਤ ਤਬਦੀਲੀ ਆ ਰਹੀ ਆ। ਕਲਚਰ, ਫੈਸ਼ਨ, ਸੋਚ ਸਭ ਬਦਲ ਰਿਹਾ। ਲੰਡਨ ਦੇਖ ਲਾ, ਨਵੀਆਂ ਅਸਮਾਨ ਛੂੰਦੀਆਂ ਬਿਲਡਿੰਗਾਂ ਵਾਲਾ ਸ਼ਹਿਰ ਬਣੀ ਜਾਂਦਾ। ਦੁਨੀਆ ਭਰ ਦੀ ਆਰਥਿਕ ਰਾਜਧਾਨੀ ਬਣਿਆ ਸਮਝ। ਰੇਲਾਂ ਦੀ ਥਾਂ ਕਾਰਾਂ ਲਈ ਜਾਂਦੀਆਂ, ਮਸ਼ੀਨਾਂ ਨਾਲ ਉਤਪਾਦਨ ਵਧੀ ਜਾਂਦਾ, ਕੰਮ ਧੰਦੇ ਦੀ ਹਾਲਤ ਚੰਗੀ ਹੈ। 2 ਸਾਲ ਪਹਿਲਾਂ ਫੋਰਡ ਫੈਕਟਰੀ 'ਚ 850 ਔਰਤਾਂ ਦੀ ਹੜਤਾਲ ਤਾਂ ਤੈਨੂੰ ਯਾਦ ਹੀ ਹੋਊ। ਉਹ ਮੰਗ ਕਰਦੀਆਂ ਸੀ ਕਿ ਜਦੋਂ ਅਸੀਂ ਕੰਮ ਆਦਮੀਆਂ ਵਾਲੇ ਕਰਦੀਆਂ ਤਾਂ ਸਾਡੀ ਤਨਖਾਹ ਵੀ ਬਰਾਬਰ ਚਾਹੀਦੀ ਹੈ। ਤਨਖਾਹ ਲਿੰਗ ਦੇ ਆਧਾਰ ਤੇ ਨਹੀਂ, ਕੰਮ ਦੇ ਆਧਾਰ ਤੇ ਹੋਣੀ ਚਾਹੀਦੀ ਹੈ। ਹੁਣ ਦੇਖ ਲਾ, ਸਰਕਾਰ ਨੂੰ ਕਾਨੂੰਨ ਬਣਾਉਣਾ ਪੈ ਗਿਆ। ਜਨਾਨੀਆਂ ਹੁਣ ਸਿਰਫ ਹਾਊਸ ਵਾਈਫ ਦੀ ਥਾਂ ਨੌਕਰੀ ਵੀ ਕਰਦੀਆਂ ਤੇ ਆਜ਼ਾਦੀ ਨਾਲ ਐਸ਼ ਵੀ ਕਰਦੀਆਂ। ਪਿਛਲੇ 4-5 ਸਾਲਾਂ 'ਚ ਵਾਹਵਾ ਲੋਕ ਬਾਹਰਲੇ ਦੇਸ਼ਾਂ 'ਚ ਛੁੱਟੀਆਂ ਲਈ ਵੀ ਜਾਣ ਲੱਗ ਪਏ। ਆਹੋ ਜੀ, ਬਦਲ ਤਾਂ ਆਪਣਾ ਸਾਊਥ ਹਾਲ ਬਰਾਡਵੇ ਵੀ ਕਿੰਨਾ ਗਿਆ। ਏਸ਼ੀਅਨਾਂ ਦੀਆਂ ਦੁਕਾਨਾਂ ਖੁੱਲਦੀਆਂ, ਆਪਾਂ ਵੀ 3 ਹਫ਼ਤਿਆਂ 'ਚ ਬਰਾਡਵੇ ਤੇ ਚਲੇ ਜਾਣਾ। 2 ਦੁਕਾਨਾਂ ਜੜੁੱਤ ਲੈ ਲਈਆਂ ਤੇ ਇਹਦਾ ਵੀ ਸੌਦਾ ਹੋ ਗਿਆ। ਨਾਜਰ ਨੇ ਚਾਅ ਨਾਲ ਦੱਸਿਆ। ਉਹ ਗੱਲਾਂ ਕਰਦੇ ਦੁਕਾਨ ਬੰਦ ਕਰਨ ਦੇ ਸਮੇਂ ਤੱਕ ਘਰ ਆ ਗਏ। ਦੁਕਾਨ ਅੱਗੇ ਕਾਰ ਖੜੀ ਕੀਤੀ ਤਾਂ ਰਾਜੂ ਦੁਕਾਨ 'ਚੋਂ ਭੱਜ ਕੇ ਆਇਆ। ਹੈਲੋ ਅੰਕਲ ਜੀ ਕਹਿੰਦਿਆਂ ਉਸਨੇ ਦੋਵਾਂ ਨਾਲ ਹੱਥ ਮਿਲਾਏ ਤੇ ਕਾਊਂਟਰ ਤੇ ਖੜੀ ਪ੍ਰੀਤੋ ਕੋਲ ਚਲਾ ਗਿਆ। ਮੰਮੀ ਮੈਂ ਖੜ ਜਾਣਾ ਹੁਣ, ਅੰਕਲ ਆ ਗਏ, ਤੁਸੀਂ ਉੱਪਰ ਚਲੇ ਜਾਓ। ਪ੍ਰੀਤੋ ਨੇ ਉਸਦੇ ਸਿਰ ਤੇ ਹੱਥ ਫੇਰਿਆ ਤੇ ਪੌੜੀਆਂ ਚੜ ਗਈ। ਮਾਸਟਰ ਜੀ, ਰਾਜੂ ਪ੍ਰੀਤੋ ਨੂੰ ਮੰਮੀ ਕਹਿੰਦਾ ਤੇ ਮੈਨੂੰ ਅੰਕਲ ਨਾਲ ਹੀ ਸਾਰ ਦਿੰਦਾ। ਨਾਜਰ ਨੇ ਮੋਹ ਨਾਲ ਉਸਦੇ ਵੱਲ ਵੇਖਦਿਆਂ ਕਿਹਾ। ਰਾਜੂ ਦਾ ਮੂੰਹ ਸ਼ਰਮ ਨਾਲ ਲਾਲ ਹੋ ਗਿਆ ਸੀ। ਉਦੋਂ ਕੋਈ ਗਾਹਕ ਕਿਸੇ ਚੀਜ਼ ਦੇ ਪੈਸੇ ਦੇਣ ਲਈ ਕਾਊਂਟਰ ਤੇ ਆ ਗਿਆ ਤਾਂ ਰਾਜੂ ਉਸਨੂੰ ਸਰਵ ਕਰਨ ਲੱਗਾ। ਰਾਜੂ ਤੂੰ ਵੀ ਚਲਾ ਜਾ ਪੁੱਤ, ਅਸੀਂ ਵੀ ਆਏ ਦੁਕਾਨ ਬੰਦ ਕਰਕੇ। ਨਾਜਰ ਨੇ ਰਾਜੂ ਨੂੰ ਵੀ ਛੁੱਟੀ ਕਰ ਦਿੱਤੀ। ਰਾਜੂ ਬਹੁਤ ਘੁਲ ਮਿਲ ਗਿਆ ਤੁਹਾਡੇ ਨਾਲ, ਚੰਗੀ ਗੱਲ ਹੈ। ਮਾਸਟਰ ਜੀ, ਰਾਜੂ ਤਾਂ ਸਾਨੂੰ ਪੈ ਵਰਗਾ ਹੀ ਹੈ। ਇੱਕ ਦਿਨ ਸੋਸ਼ਲ ਵਰਕਰ ਆਈ ਤੇ ਕਹਿੰਦੀ ਤੁਸੀਂ ਫੋਸਟਰ ਪੇਰੈਂਟ ਹੈ ਤੇ ਸਰਕਾਰ ਤੋਂ ਪੈਸੇ ਵਸੂਲ ਕਰਨਾ ਤੁਹਾਡਾ ਹੱਕ ਬਣਦਾ। ਪ੍ਰੀਤੋ ਕਹਿੰਦੀ ਇਹਨੂੰ ਕਹਿ ਦਿਓ ਅਸੀਂ ਨਹੀਂ ਪੈਸਾ ਲੈਣਾ ਕੋਈ, ਇਹਦੇ ਬਾਰੇ ਮੁੜ ਕੇ ਕੋਈ ਗੱਲ ਨਾ ਕਰਨ। ਫਰਕ ਵੀ ਕੋਈ ਨਹੀਂ ਮਾਸਟਰ ਜੀ, ਇਹ ਦੋਵੇਂ ਮੁੰਡੇ ਇੱਕ ਕਮਰੇ 'ਚ ਸੌਂਦੇ ਆ, ਖੇਡਦੇ ਕੁੱਦਦੇ ਆ ਤੇ ਮौज ਕਰਦੇ ਆ। ਨਾਜਰ ਸ਼ਟਰ ਬੰਦ ਕਰਨ ਲਈ ਬਾਹਰ ਚਲਿਆ ਗਿਆ। ਉਹ ਅਜੇ ਬੰਦ ਕਰ ਰਿਹਾ ਸੀ ਕਿ ਆਸਿਫ ਆ ਗਿਆ। ਹੈਰਾਨੀ ਨਾਲ ਨਾਜਰ ਨੇ ਉਸਨੂੰ ਜੱਫੀ ਪਾ ਲਈ ਤੇ ਇੱਕ ਬਚਪਨ ਦਾ ਚਿਹਰਾ ਉਸਦੀਆਂ ਅੱਖਾਂ ਅੱਗੇ ਮੁਸਕਰਾਉਣ ਲੱਗਾ। ਨੂਰੇ ਬਾਰੇ ਪੁੱਛਣ ਤੋਂ ਪਹਿਲਾਂ ਉਸਨੇ ਉਸਨੂੰ ਬੀਅਰ ਦਾ ਡੱਬਾ ਫੜਾ ਦਿੱਤਾ। ਦੁਕਾਨ ਬੰਦ ਕਰ ਦਿੱਤੀ ਤੇ ਤਿੰਨੇ ਬੀਅਰ ਦੀਆਂ ਚੁਸਕੀਆਂ ਲੈਣ ਲੱਗੇ। ਕਿਵੇਂ ਰਿਹਾ ਦੇਸ਼ ਦਾ ਸਫ਼ਰ? ਠੀਕ ਸੀ, ਪਰ ਤੇਰੇ ਵਾਸਤੇ ਕੋਈ ਚੰਗੀ ਖਬਰ ਨਹੀਂ। ਨਾਜਰ ਕੁਝ ਬੋਲਣ ਦੀ ਥਾਂ ਉਸ ਵੱਲ ਅੱਖਾਂ ਚੌੜੀਆਂ ਕਰੀ ਵੇਖਣ ਲੱਗਾ। ਨੂਰਾ ਦਾ ਵਿਚਾਰਾ ਪਾਕਿਸਤਾਨ ਪਹੁੰਚ ਨਹੀਂ ਸਕਿਆ, ਰਾਹ 'ਚ ਹੀ ਮਾਰਿਆ ਗਿਆ। ਮੈਨੂੰ ਬਹੁਤ ਅਫਸੋਸ ਆ। ਬਾਕੀ ਦਾ ਪਰਿਵਾਰ, ਮਾਂ ਪਿਓ ਠੀਕ ਪਹੁੰਚ ਗਏ ਸੀ। ਇੱਕ ਭੈਣ ਨੂੰ ਚੁੱਕ ਕੇ ਲੈ ਗਏ ਸੀ, ਉਹਦਾ ਕੋਈ ਪਤਾ ਨਹੀਂ ਲੱਗਿਆ। ਦੂਜੇ ਦੋਵੇਂ ਭਰਾ ਠੀਕ ਆ, ਪਰ ਉਹਨੇ ਗਰੀਬ ਨੇ ਕਿਸੇ ਦਾ ਕੀ ਵਿਗਾੜਿਆ ਸੀ। ਨਾਜਰ ਬਹੁਤ ਉਦਾਸ ਹੋ ਗਿਆ ਸੀ। ਕੁਝ ਦੇਰ ਬਾਅਦ ਮਾਸਟਰ ਨੇ ਬਟਵਾਰੇ ਦੇ ਕਾਰਨਾਂ ਬਾਰੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਬਾਹਰ ਕਿਨਮਣ ਹੋਣ ਲੱਗੀ ਤੇ ਹਨੇਰਾ ਪਸਰਨ ਲੱਗਿਆ ਸੀ। ਟੋਨੀ ਨੂੰ ਜਾਗ ਆਈ ਤਾਂ ਉਸਨੇ ਘੂਕ ਸੁੱਤੀ ਪਈ ਕੈਲੀ ਵੱਲ ਵੇਖਿਆ। ਉਸਦੇ ਦਿਲਕਸ਼ ਮੂੰਹ ਵੱਲ ਵੇਖਦਾ ਰਿਹਾ। ਉਹ ਉਸਦੀ ਨੀਂਦ ਖਰਾਬ ਨਹੀਂ ਸੀ ਕਰਨੀ ਚਾਹੁੰਦਾ, ਪਰ ਉਸਦੇ ਮਨ ਵਿੱਚ ਮੋਹ ਦੇ ਵਲਵਲੇ ਨੇ ਝੱਖੜ ਜਿਹਾ ਪੈਦਾ ਕਰ ਦਿੱਤਾ। ਉਹ ਆਪਣੇ ਆਪ ਨੂੰ ਰੋਕ ਨਾ ਸਕਿਆ ਤੇ ਪੋਲਾ ਜਿਹਾ ਸਿਰ ਚੁੰਮਣ ਦਿੱਤਾ। ਉਸਨੂੰ ਪਤਾ ਨਹੀਂ ਸੀ ਕਿ ਅਸਲ ਵਿੱਚ ਉਹ ਸੁੱਤੀ ਹੋਈ ਨਹੀਂ ਸੀ। ਉਹ ਜਾਗਦੀ ਹੋਈ ਸੌਣ ਦਾ ਬਹਾਨਾ ਬਣਾ ਕੇ ਟੋਨੀ ਨਾਲ ਬਿਤਾਈ ਸ਼ਾਮ ਬਾਰੇ ਸੋਚ ਰਹੀ ਸੀ। ਟੋਨੀ ਵੀ ਮਨ ਹੀ ਮਨ ਉਸਨੂੰ ਹਰ ਹਫ਼ਤੇ ਮਿਲਣ ਦਾ ਵਾਅਦਾ ਕਰ ਰਿਹਾ ਸੀ। ਕਾਫੀ ਦੇਰ ਬਾਅਦ ਉਹ ਫੇਰ ਇੱਕਮਿਕ ਹੋ ਗਏ। ਜਦ ਟੋਨੀ ਨੇ ਉਸਦੇ ਸਿਰ ਤੇ ਚੁੰਮਣ ਦਿੱਤਾ ਤਾਂ ਕੈਲੀ ਨੇ ਆਪਣੀਆਂ ਬਾਹਾਂ ਉਸਦੇ ਗਲ ਦੁਆਲੇ ਵੜ ਲਈਆਂ। ਜੇ ਚੁੰਮਣਾ ਹੀ ਆ ਤਾਂ ਕੰਜੂਸੀ ਨਾਲ ਨਾ ਚੁੰਮ, ਕਹਿੰਦਿਆਂ ਉਸਨੇ ਉਸਨੂੰ ਭਰਵਾਂ ਚੁੰਮਣ ਦਿੱਤਾ। ਕੁਝ ਦੇਰ ਉਹ ਗੱਲਾਂ ਕਰਦੇ ਰਹੇ, ਪੁਰਾਣੀਆਂ ਨਵੀਆਂ ਯਾਦਾਂ ਨੂੰ ਫਰੋਲਦੇ ਰਹੇ। ਟੋਨੀ ਦੇ ਫੋਨ ਤੇ ਅਲਰਟ ਦੀ ਘੰਟੀ ਵੱਜੀ। ਉਸਨੇ ਵੇਖਿਆ ਸਕਾਟ ਦੀ ਮੇਲ ਸੀ। ਅੱਜ 4 ਵਜੇ ਸ਼ਾਮ ਦਫ਼ਤਰ ਵਿੱਚ ਪੇਸ਼ ਹੋਵੋ। ਟੋਨੀ ਹੈਰਾਨ ਸੀ, ਪੇਸ਼ ਹੋਣ ਦਾ ਕੀ ਮਤਲਬ? ਉਹ ਕੈਲੀ ਨਾਲ ਇਸ ਬਾਰੇ ਗੱਲ ਕਰਨ ਦੀ ਥਾਂ ਉਸ ਨਾਲ ਨਿੱਜੀ ਗੱਲਾਂ ਕਰਨ ਲੱਗਾ। ਕੁਝ ਦੇਰ ਬਾਅਦ ਉਹ ਦੋਵੇਂ ਕਿਚਨ ਵਿੱਚ ਚਲੇ ਗਏ ਤੇ ਨਾਸ਼ਤਾ ਤਿਆਰ ਕਰਨ ਲੱਗੇ। ਕੌਫੀ ਪੀਂਦਿਆਂ ਟੋਨੀ ਨੇ ਉਸਨੂੰ ਸ਼ੁੱਕਰਵਾਰ ਆਪਣੇ ਕੋਲੇ ਸਲੋ ਆਉਣ ਦਾ ਸੱਦਾ ਦਿੱਤਾ ਤੇ ਉਸਨੇ ਹਾਂ ਕਰ ਦਿੱਤੀ। ਕੁਝ ਦੇਰ ਬਾਅਦ ਉਹ ਯੂਨੀਵਰਸਿਟੀ ਚਲੀ ਗਈ ਤੇ ਟੋਨੀ ਆਪਣੀ ਕਾਰ ਵਿੱਚ ਆ ਬੈਠਾ। ਰਸਤੇ ਵਿੱਚ ਕਈ ਵਾਰ ਉਸਨੂੰ ਸਕਾਟ ਦੀ ਈਮੇਲ ਦਾ ਖਿਆਲ ਆਇਆ ਤੇ ਗੁੱਸਾ ਵੀ। ਇਸ ਖਿਆਲ ਨੂੰ ਮਨੋਂ ਕੱਢ ਕੇ ਉਹ ਰੰਧਾਵੇ ਬਾਰੇ ਸੋਚਣ ਲੱਗਿਆ। ਉਸਨੂੰ ਬੌਬ ਕਿਸੇ ਵੱਡੇ ਖੇਲ ਦਾ ਖਿਡਾਰੀ ਲੱਗ ਰਿਹਾ ਸੀ। ਉਸ ਕੋਲ ਕੋਈ ਸਬੂਤ ਨਹੀਂ ਸੀ, ਪਰ ਉਸਨੇ ਕਲੱਬ ਵਿੱਚ ਨਸ਼ੇ ਵੇਚਦੇ ਤਾਂ ਵੇਖੇ ਹੀ ਸਨ। ਮਾਲਕਾਂ ਦੀ ਮਿਲੀ ਭੁਗਤ ਬਿਨਾਂ ਸੰਭਵ ਨਹੀਂ ਸੀ। ਜੇ ਕਦੇ ਕੋਈ ਫਸ ਗਿਆ ਤੇ ਉਹ ਸਾਫ਼ ਬਚ ਜਾਣਗੇ ਕਿ ਉਹਨਾਂ ਨੂੰ ਤਾਂ ਕੁਝ ਪਤਾ ਨਹੀਂ, ਮੈਨੇਜਰ ਫਸ ਜਾਵੇਗਾ ਤੇ ਸ਼ਾਇਦ ਉਹ ਵੀ ਉਸਦੇ ਪਿਓ ਵਾਂਗ ਜੇਲ੍ਹ ਦੀਆਂ ਸੀਖਾਂ ਪਿੱਛੇ ਪਹੁੰਚ ਜਾਵੇ। ਕੁੜੀਆਂ ਨੂੰ ਵੀ ਉਸਨੇ ਅੱਖੀ ਵੇਖਿਆ ਸੀ। ਈਸਟਰਨ ਯੂਰਪ, ਏਸ਼ੀਆ ਤੇ ਅਫਰੀਕਾ ਤੋਂ ਮਜਬੂਰ ਤੇ ਗਰੀਬ ਪਰਿਵਾਰ ਦੀਆਂ ਕੁੜੀਆਂ ਨੂੰ ਵਰਗਲਾ ਕੇ ਯੂਰਪ ਵਿੱਚ ਲਿਆਂਦਾ ਜਾਂਦਾ ਤੇ ਉਹਨਾਂ ਤੋਂ ਮਜਬੂਰਨ ਧੰਦਾ ਕਰਾਇਆ ਜਾਂਦਾ। ਟੋਨੀ ਨੂੰ ਲੱਗਦਾ ਸੀ ਬੌਬ ਹੋਰ ਵੀ ਗੈਰ ਕਾਨੂੰਨੀ ਕੰਮ ਕਰਦਾ ਹੋਵੇਗਾ। ਉਸ ਬਾਰੇ ਹੋਰ ਜਾਣਕਾਰੀ ਲੈਣਾ ਚਾਹੁੰਦਾ ਸੀ। ਉਸ ਨੂੰ ਸਭ ਤੋਂ
ਨੂੰ ਬੌਬ ਦਾ ਖਾਸ ਬੰਦਾ ਉਹੀ ਲੱਗਿਆ ਜਿਹੜਾ ਉਸ ਨੂੰ ਰੰਧਾਵੇ ਦੇ ਦਫ਼ਤਰ ਵਿੱਚ ਲੈ ਕੇ ਗਿਆ ਸੀ। ਰੰਧਾਵਾ ਉਸ ਨੂੰ ਟੌਮਸ਼ ਕਹਿ ਰਿਹਾ ਸੀ ਤੇ ਕਦੇ ਟੌਮ ਕਹਿ ਕੇ ਵੀ ਸੰਬੋਧਨ ਕਰਦਾ। ਉਹ ਵੀ ਪੋਲਿਸ਼ ਸੀ। ਟੋਨੀ ਉਸ ਬਾਰੇ ਹੋਰ ਜਾਣਨਾ ਚਾਹੁੰਦਾ ਸੀ, ਪਰ ਇਸ ਵੇਲੇ ਤਾਂ ਸਕਾਟ ਦੇ ਨਾਲ ਨਿਬੜਨਾ ਸੀ। ਪਰ ਕੀ ਕਾਰਨ ਹੋ ਸਕਦਾ ਸੀ? ਕਾਰ ਘਰ ਅੱਗੇ ਖੜੀ ਕਰਕੇ ਉਹ ਦਫ਼ਤਰ ਵੱਲ ਨੂੰ ਤੁਰ ਪਿਆ। 15 ਮਿੰਟ ਦਾ ਰਸਤਾ ਸੀ। ਕਾਰ ਪਾਰਕ ਕਰਨ ਲਈ ਕੋਈ ਥਾਂ ਲੱਭਣੀ ਵੀ ਅੱਜ ਕੱਲ ਤਾਂ ਮੁਹਿੰਮ ਵਾਲੀ ਗੱਲ ਸੀ। ਇੱਕ ਘਰ ਵਿੱਚ ਜਿੰਨੇ ਡਰਾਈਵਰ ਉਨੀਆਂ ਹੀ ਕਾਰਾਂ। ਕਿਸੇ ਨੇ 200 ਗਜ ਵੀ ਜਾਣਾ ਹੋਵੇ ਤਾਂ ਵੀ ਤੁਰਨ ਦੀ ਥਾਂ ਕਾਰ ਵਿੱਚ ਛਾਲ ਮਾਰ ਕੇ ਬਹਿ ਜਾਂਦਾ। ਟੋਨੀ ਨੂੰ ਸਕੂਲ ਤੁਰ ਕੇ ਜਾਣਾ ਪੈਂਦਾ ਸੀ। ਹੋਰ ਵੀ ਬੱਚੇ ਤੁਰ ਕੇ ਆਉਂਦੇ ਸਨ, ਇੱਕ ਦੂਜੇ ਨਾਲ ਦੌੜਾਂ ਲਾਉਂਦੇ, ਖੇਡਦੇ ਕੁੱਦਦੇ। ਉਦੋਂ ਵੀ ਕਾਰਾਂ ਵਿੱਚ ਬਹੁਤ ਬੱਚੇ ਆਉਂਦੇ ਸਨ, ਪਰ ਹੁਣ ਤਾਂ ਕੋਈ ਪੈਦਲ ਜਾਂਦਾ ਹੀ ਨਹੀਂ। ਟੋਨੀ ਸਕਾਟ ਦੇ ਨਾਲ ਦਿਲੋਂ ਔਖਾ ਸੌਖਾ ਹੁੰਦਾ ਦਫ਼ਤਰ ਪਹੁੰਚਿਆ। ਰਿਸੈਪਸ਼ਨ ਤੇ ਕੋਈ ਨਵੀਂ ਕੁੜੀ ਬੈਠੀ ਸੀ। ਟੋਨੀ ਨੇ ਉਸ ਨੂੰ ਸਕਾਟ ਨਾਲ ਆਪਣੀ ਮੀਟਿੰਗ ਬਾਰੇ ਦੱਸਿਆ ਤਾਂ ਉਸਨੇ ਉਸ ਨੂੰ ਬੈਠਣ ਦਾ ਇਸ਼ਾਰਾ ਕਰ ਦਿੱਤਾ। 4 ਵਜਣ ਵਿੱਚ ਅਜੇ 5-7 ਮਿੰਟ ਰਹਿੰਦੇ ਸਨ। ਠੀਕ 4 ਵਜੇ ਸਕਾਟ ਆ ਗਿਆ। ਹੈਲੋ ਟੋਨੀ, ਆ ਜਾ ਕਹਿ ਕੇ ਉਹ ਅੱਗੇ ਤੁਰ ਪਿਆ ਤੇ ਟੋਨੀ ਪਿੱਛੇ। ਉਹ ਮੀਟਿੰਗ ਰੂਮ ਵਿੱਚ ਚਲੇ ਗਏ ਤੇ ਆਮੋ ਸਾਹਮਣੇ ਕੁਰਸੀਆਂ ਤੇ ਬਹਿ ਗਏ। ਅਫਸੋਸ ਹੈ ਤੈਨੂੰ ਇੰਜ ਬੁਲਾਇਆ ਗਿਆ। ਮੈਨੂੰ ਤੇਰੇ ਨਾਲ ਕੋਈ ਗਿਲਾ ਨਹੀਂ ਤੇ ਨਾ ਹੀ ਕੋਈ ਸ਼ੱਕ ਹੈ। ਸਾਡੇ ਇੱਕ ਡਿਟੈਕਟਿਵ ਇੰਸਪੈਕਟਰ ਨੇ ਲਿਖਤੀ ਸ਼ਿਕਾਇਤ ਕੀਤੀ ਹੈ ਕਿ ਤੂੰ ਰੰਧਾਵੇ ਦੇ ਕੇਸ ਵਿੱਚ ਉਹਨਾਂ ਲਈ ਅੜਿਕਾ ਬਣ ਰਿਹਾ। ਮੇਰੀ ਡਿਊਟੀ ਇਸ ਦੀ ਪੜਤਾਲ ਕਰਨ ਦੀ ਲਗਾਈ ਹੈ। ਕੀ ਤੂੰ ਰੰਧਾਵੇ ਦੀ ਕਲੱਬ ਵਿੱਚ ਗਿਆ ਸੀ? ਉਸ ਕਲੱਬ ਵਿੱਚ ਹੋਰ ਵੀ ਲੋਕ ਸੀ? ਟੋਨੀ ਨੇ ਰੁੱਖਾ ਜਿਹਾ ਜਵਾਬ ਦਿੱਤਾ। ਪਰ ਉਹ ਰੰਧਾਵੇ ਨੂੰ ਉਸਦੇ ਦਫ਼ਤਰ ਵਿੱਚ ਮਿਲਣ ਨਹੀਂ ਸੀ ਗਏ। ਰੰਧਾਵੇ ਨੂੰ ਮਿਲਣਾ ਅਪਰਾਧ ਕਿਵੇਂ ਬਣ ਗਿਆ ਤੇ ਪੜਤਾਲ? ਹਾਂ ਦੇਖ ਟੋਨੀ, ਮੇਰੀ ਰਾਏ ਹੈ ਤੂੰ ਇਸ ਕੇਸ ਤੋਂ ਪਾਸੇ ਰਹਿ ਤਾਂ ਚੰਗਾ। ਮੈਂ ਨਹੀਂ ਚਾਹੁੰਦਾ ਤੇਰਾ ਕਿਸੇ ਵੀ ਤਰ੍ਹਾਂ ਇਸ ਕੇਸ ਦੇ ਨਾਲ ਕੋਈ ਸੰਬੰਧ ਜੁੜੇ। ਟੋਨੀ ਚੁੱਪ ਸੀ। ਉਸ ਅੱਗੇ ਸਵਾਲ ਇਹ ਸੀ ਕਿ ਉੱਥੇ ਕੌਣ ਸੀ ਜਿਸ ਨੇ ਉਸ ਨੂੰ ਰੰਧਾਵੇ ਦੇ ਨਾਲ ਮਿਲਦੇ ਵੇਖਿਆ। ਸਕਾਟ ਨੇ ਉਸ ਨਾਲ ਕੁਝ ਹੋਰ ਗੱਲਾਂ ਕੀਤੀਆਂ ਜਿਨ੍ਹਾਂ ਦਾ ਟੋਨੀ ਨੇ ਜਾਂ ਤਾਂ ਜਵਾਬ ਦਿੱਤਾ ਹੀ ਨਹੀਂ ਜਾਂ ਹੂੰ ਹਾਂ ਕਰ ਛੱਡੀ। ਸਕਾਟ ਨੇ ਕੁਰਸੀ ਤੋਂ ਉੱਠਦਿਆਂ ਉਸ ਨੂੰ ਜਾਣ ਦੀ ਇਜਾਜ਼ਤ ਦਿੱਤੀ। ਟੋਨੀ ਵੀ ਉੱਠ ਖੜਾ ਹੋਇਆ ਤੇ ਦਰਵਾਜ਼ੇ ਤੱਕ ਪਹੁੰਚ ਗਿਆ। ਦਰਵਾਜ਼ਾ ਖੁੱਲਣ ਤੋਂ ਪਹਿਲਾਂ ਉਸਨੇ ਨੀਚ ਨਾਲ ਸਕਾਟ ਨੂੰ ਵੇਖਿਆ। ਬੌਬ ਨੂੰ ਜਿੰਨਾ ਕੁ ਅਪਰਾਧੀ ਤੂੰ ਸਮਝਦਾ ਉਹ ਉਸ ਤੋਂ ਕਿਤੇ ਵੱਡਾ ਖਿਲਾੜੀ ਹੈ ਕਹਿ ਕੇ ਟੋਨੀ ਬਾਹਰ ਨਿਕਲ ਗਿਆ ਤੇ ਉਸਨੇ ਸਕਾਟ ਵੱਲ ਇੱਕ ਵਾਰ ਵੀ ਮੁੜ ਕੇ ਨਾ ਵੇਖਿਆ। ਸਕਾਟ ਖੜਾ ਹੈਰਾਨੀ ਨਾਲ ਉਸਦੀ ਪਿੱਠ ਵੇਖਦਾ ਰਿਹਾ। ਉਸ ਨੂੰ ਪਤਾ ਸੀ ਟੋਨੀ ਇਸ ਤੋਂ ਅੱਗੇ ਇੱਕ ਸ਼ਬਦ ਵੀ ਨਹੀਂ ਬੋਲੇਗਾ। ਪਰ ਟੋਨੀ ਰੰਧਾਵਿਆਂ ਵਿੱਚ ਕਿਉਂ ਦਿਲਚਸਪੀ ਲੈ ਰਿਹਾ? ਕੇਸ ਤਾਂ ਹੋਰ ਵੀ ਬੜੇ ਐ ਕਾਉਂਟੀ ਵਿੱਚ। ਜੇ ਉਸ ਨੂੰ ਸਿਰਫ ਸ਼ੌਂਕ ਹੀ ਹੈ ਤਾਂ ਕਿਸੇ ਹੋਰ ਕੇਸ ਵਿੱਚ ਦਿਲਚਸਪੀ ਲਵੇ। ਪਰ ਨਹੀਂ, ਇਹ ਪਹੇਲੀ ਸਕਾਟ ਨੂੰ ਸਮਝ ਨਹੀਂ ਸੀ ਆਉਣੀ ਤੇ ਉਹ ਕਲਾਈਵ ਕੋਲ ਚਲਾ ਗਿਆ। ਟੋਨੀ ਨੇ ਸਮਾਂ ਵੇਖਿਆ। 5:15 ਹੋ ਗਏ ਸਨ। ਉਹ ਰਸਤੇ ਵਿੱਚ ਪੈਂਦੇ ਪੱਬ ਅੰਦਰ ਚਲਾ ਗਿਆ। ਬੀਅਰ ਦਾ ਗਲਾਸ ਤੇ ਫਿਸ਼ ਅਤੇ ਚਿਪਸ ਦਾ ਆਰਡਰ ਦੇ ਕੇ ਉਹ ਰੰਧਾਵੇ ਨਾਲ ਆਪਣੀ ਮੀਟਿੰਗ ਬਾਰੇ ਸੋਚਣ ਲੱਗਿਆ। ਅਚਾਨਕ ਉਸ ਦੇ ਦਿਮਾਗ ਵਿੱਚ ਆਇਆ ਕਿ ਸਕਾਟ ਦੇ ਬੰਦਿਆਂ ਨੇ ਉਸ ਕਲੱਬ ਵਿੱਚ ਆਪਣੇ ਸੈਂਸਰ ਫਿੱਟ ਕੀਤੇ ਹੋਏ ਸਨ ਤੇ ਉਸ ਨੂੰ ਸਾਰੀ ਜਾਣਕਾਰੀ ਮਿਲ ਰਹੀ ਸੀ। ਉਹ ਸੋਚਣ ਲੱਗਿਆ ਭਲਾ ਸੈਂਸਰ ਤੇ ਕੈਮਰੇ ਕਿੱਥੇ-ਕਿੱਥੇ ਫਿੱਟ ਕੀਤੇ ਹੋਏ। ਬੀਅਰ ਦੀਆਂ ਘੁੱਟਾਂ ਭਰਦਿਆਂ ਤੇ ਫਿਸ਼ ਤੇ ਚਿਪਸ ਦਾ ਸਵਾਦ ਲੈਂਦਿਆਂ ਉਹ ਗੰਭੀਰਤਾ ਦੇ ਨਾਲ ਸੋਚ ਰਿਹਾ ਸੀ। ਇਸ ਵਾਰ ਰੰਧਾਵੇ ਦੀ ਥਾਂ ਕਿਸੇ ਹੋਰ ਦੀ ਗਰੀਬ ਮਾਰਨੀ ਹੋਣੀ ਚਾਹੀਦੀ। ਇਸ ਲਈ ਉਸ ਨੂੰ ਕੀ ਕਰਨਾ ਚਾਹੀਦਾ ਹੈ? 7:30 ਵਜੇ ਤੱਕ ਉਹ ਖਾਣਾ ਖਾ ਕੇ ਤੇ 2 ਗਲਾਸ ਬੀਅਰ ਦੇ ਪੀ ਕੇ ਬਾਹਰ ਆ ਗਿਆ ਤੇ ਘਰ ਨੂੰ ਚੱਲ ਪਿਆ। ਘਰ ਪਹੁੰਚ ਕੇ ਉਸਨੇ ਇਨਕ੍ਰਿਪਟਡ ਸੁਨੇਹਾ ਬਰਡ ਨੂੰ ਭੇਜਿਆ। ਯੰਗ ਨਾਈਟ ਕਲੱਬ ਦੀ ਨਿਗਰਾਨੀ ਦਾ ਜਲਦੀ ਪ੍ਰਬੰਧ ਕਰਕੇ ਮੈਨੂੰ ਲਿੰਕ ਭੇਜੋ, ਧੰਨਵਾਦ। ਟੋਨੀ ਨੂੰ ਪਤਾ ਸੀ ਇਹੋ ਜਿਹੇ ਕੰਮ ਦਾ ਮਾਹਰ ਤਾਂ ਬਰਡ ਹੀ ਸੀ। ਉਹ ਉਸਦੇ ਕੰਮ ਵਿੱਚ ਕੋਈ ਦਖਲ ਨਹੀਂ ਸੀ ਦੇਣਾ ਚਾਹੁੰਦਾ। ਉਹ ਬੇਫਿਕਰ ਹੋ ਕੇ ਲੈਪਟਾਪ ਲੈ ਕੇ ਬਹਿ ਗਿਆ ਤੇ ਹਰ ਰਾਤ ਵਾਂਗ ਦੇਰ ਨਾਲ ਸੁੱਤਾ। 3 ਦਿਨ ਬੀਤ ਗਏ ਪਰ ਬਰਡ ਵੱਲੋਂ ਕੋਈ ਜਵਾਬ ਨਹੀਂ ਸੀ ਆਇਆ। ਹੱਥ ਤੇ ਹੱਥ ਰੱਖ ਕੇ ਬੈਠਣਾ ਤਾਂ ਗਲਤ ਸੀ। ਉਹ ਲੰਡਨ ਨੂੰ ਟ੍ਰੇਨ ਚੜ੍ਹ ਗਿਆ। ਅੱਜ ਉਹ ਕਲੱਬ ਦੇ ਅੰਦਰ ਜਾਣ ਦੀ ਥਾਂ ਬਾਹਰੋਂ ਨਿਗਰਾਨੀ ਕਰਦਾ ਰਿਹਾ। 9 ਵਜੇ ਉਸ ਨੂੰ ਟੌਮਿਸ਼ ਕਲੱਬ ਚੋਂ ਬਾਹਰ ਨਿਕਲਦਾ ਦਿਸਿਆ। ਉਹ ਫਾਸਲਾ ਰੱਖ ਕੇ ਉਸਦੇ ਪਿੱਛੇ ਤੁਰ ਪਿਆ। ਉਹ ਕਲੱਬ ਦੀਆਂ ਪਿਛਲੀਆਂ ਸੜਕਾਂ ਤੇ ਚਲਾ ਗਿਆ ਤੇ ਇੱਕ ਫਲੈਟ ਵਿੱਚ ਦਾਖਲ ਹੋ ਗਿਆ। ਕੁਝ ਦੇਰ ਬਾਅਦ ਉਹ ਇੱਕ ਕੁੜੀ ਨੂੰ ਨਾਲ ਲੈ ਕੇ ਕਲੱਬ ਵਿੱਚ ਚਲਾ ਗਿਆ। ਟੋਨੀ ਵਾਪਸ ਆਇਆ ਤਾਂ ਉਸਨੇ ਉਸ ਫਲੈਟ ਦੀ ਡੋਰਬੈਲ ਵਜਾ ਦਿੱਤੀ। ਕਿਸੇ ਨੇ ਦਰਵਾਜ਼ਾ ਨਾ ਖੋਲ੍ਹਿਆ। ਟੋਨੀ ਨੀਚੇ ਆ ਗਿਆ। ਇਹ ਤਾਂ ਸੰਭਵ ਨਹੀਂ ਕਿ ਉੱਥੇ ਕੋਈ ਹੋਵੇ ਹੀ ਨਾ, ਪਰ ਇਹ ਸੰਭਵ ਸੀ ਕਿ ਕਿਸੇ ਨੂੰ ਬੂਹਾ ਖੋਲ੍ਹਣ ਦੀ ਆਗਿਆ ਨਾ ਹੋਵੇ। ਇਹ ਫਲੈਟ ਟੋਨੀ ਨੂੰ ਬਹੁਤ ਰਹੱਸਮਈ ਲੱਗਾ। ਕਾਫੀ ਉਡੀਕ ਬਾਅਦ ਉਹ ਘਰੇ ਆ ਗਿਆ। ਉਸਨੇ ਵੇਖਿਆ ਬਰਡ ਦਾ ਇਨਕ੍ਰਿਪਟਡ ਮੈਸੇਜ ਸੀ। ਸਭ ਠੀਕ ਹੈ। ਅੱਗੋਂ ਉਸਨੇ ਸਾਰੀ ਜਾਣਕਾਰੀ ਦਿੱਤੀ ਹੋਈ ਸੀ। ਟੋਨੀ ਖੁਸ਼ ਸੀ। ਟੋਨੀ ਕਲੱਬ ਵਿੱਚ ਹੁੰਦੀਆਂ ਗਤੀਵਿਧੀਆਂ ਨੂੰ ਗੌਰ ਨਾਲ ਵਾਚ ਰਿਹਾ ਸੀ। ਉੱਪਰਲੇ ਕੈਮਰੇ ਕੁਝ ਗਾਹਕਾਂ ਵਾਸਤੇ ਸਨ। ਉਹਨਾਂ ਨੂੰ ਉਹ ਨਵੀਆਂ ਕੁੜੀਆਂ ਪੇਸ਼ ਕਰਦੇ। ਟੋਨੀ ਨੇ ਹਿਸਾਬ ਲਾਇਆ ਕਿ ਜਦ ਤੱਕ ਨਵੀਂ ਕੁੜੀ ਕੰਮ ਵਿੱਚ ਖੁੱਭ ਨਹੀਂ ਜਾਂਦੀ ਉਸਦੇ ਦੌੜਨ ਦਾ ਖਤਰਾ ਹੁੰਦਾ ਹੋਵੇਗਾ। ਉਦੋਂ ਤੱਕ ਉਸ ਤੋਂ ਕਲੱਬ ਵਿੱਚ ਹੀ ਧੰਦਾ ਕਰਾਇਆ ਜਾਂਦਾ ਹੋਵੇਗਾ। ਜਦੋਂ ਕਿਸੇ ਪਾਸੇ ਦੀ ਵੀ ਨਾ ਰਹੇ ਉਦੋਂ ਉਸ ਨੂੰ ਬਾਹਰ ਵੀ ਭੇਜ ਦਿੱਤਾ ਜਾਂਦਾ ਹੋਵੇਗਾ। ਪਰ ਟੋਨੀ ਨੂੰ ਅਜੇ ਕੋਈ ਪਤਾ ਨਹੀਂ ਸੀ ਕਿ ਉਹਨਾਂ ਕੋਲ ਕਿੰਨੀਆਂ ਕੁੜੀਆਂ ਗੁਲਾਮ ਬਣਾ ਕੇ ਰੱਖੀਆਂ ਹੋਈਆਂ ਹਨ। ਉਹ ਕਲੱਬ ਦੀ ਨਿਗਰਾਨੀ ਵਿੱਚ ਦਿਲਚਸਪੀ ਲੈ ਰਿਹਾ ਸੀ। ਵੀਕਐਂਡ ਤੇ ਕੈਲੀ ਆ ਗਈ। ਉਹ ਉਸ ਨੂੰ ਘੁਮਾਉਣ ਲਈ ਵਿੰਡਜ਼ਰ ਲੈ ਗਿਆ। ਥੇਮਸ ਦੇ ਕੰਢੇ ਇਟਾਲੀਅਨ ਰੈਸਟੋਰੈਂਟ ਵਿੱਚ ਖਾਣਾ ਖਾਣ ਚਲੇ ਗਏ। ਟੋਨੀ ਨੇ ਇਸ ਬਾਰੇ ਸੁਣਿਆ ਸੀ ਪਰ ਅੱਜ ਪਹਿਲੇ ਦਿਨ ਹੀ ਉਹ ਇੱਥੇ ਆਏ ਸੀ। ਖਾਣਾ ਵਾਕਿਆ ਹੀ ਬਹੁਤ ਸਵਾਦੀ ਸੀ ਤੇ ਰੈਸਟੋਰੈਂਟ ਦੀ ਦਿੱਖ ਵੀ ਸ਼ਾਨਦਾਰ ਸੀ। ਕੈਲੀ ਬਹੁਤ ਖੁਸ਼ ਸੀ। ਟੋਨੀ, ਅੱਜ ਤਾਂ ਤੂੰ ਕਮਾਲ ਕਰਤੀ। ਅਜਿਹਾ ਖਾਣਾ ਮੈਂ ਕਦੇ ਪਹਿਲਾਂ ਨਹੀਂ ਖਾਧਾ।
ਮਿਹਰਬਾਨੀ, ਮੈਨੂੰ ਵੀ ਬਹੁਤ ਪਸੰਦ ਆਇਆ। ਵੈਸੇ ਤਾਂ ਤੇਰਾ ਸਾਥ ਹੋਵੇ ਤਾਂ ਹਰ ਥਾਂ ਚੰਗੀ ਲੱਗਦੀ ਹੈ। ਕੈਲੀ ਉਸ ਵੱਲ ਭਾਵਪੂਰਤ ਨਜ਼ਰਾਂ ਨਾਲ ਵੇਖਣ ਲੱਗੀ। ਉਸ ਨੂੰ ਇਹ ਸ਼ਬਦ ਟੋਨੀ ਦੇ ਦਿਲ ਵਿੱਚੋਂ ਨਿਕਲੇ ਸ਼ਬਦ ਲੱਗੇ। ਉਸਨੇ ਟੇਬਲ ਦੇ ਦੂਸਰੇ ਪਾਸੇ ਬੈਠੇ ਟੋਨੀ ਦਾ ਹੱਥ ਫੜ ਲਿਆ ਤੇ ਪਲੋਸਣ ਲੱਗੀ। ਟੋਨੀ ਨੂੰ ਸੁਖਤ ਅਹਿਸਾਸ ਹੋ ਰਿਹਾ ਸੀ। ਅੱਧੀ ਕੁ ਰਾਤ ਨੂੰ ਟੈਕਸੀ ਲੈ ਕੇ ਉਹ ਘਰ ਪਹੁੰਚ ਗਏ। ਸੋਮਵਾਰ ਸਵੇਰ ਕੈਲੀ ਨੂੰ ਉਹ ਸਟੇਸ਼ਨ ਤੇ ਛੱਡ ਆਇਆ। ਅਜੇ ਉਸਨੇ ਕੰਪਿਊਟਰ ਚੁੱਕਿਆ ਹੀ ਸੀ ਕਿ ਉਸਨੇ ਬਰਡ ਦੀ ਈਮੇਲ ਵੇਖੀ। ਟੀਵੀ ਤੇ ਖਬਰਾਂ ਵੇਖਣੀ। ਟੋਨੀ ਨੇ ਟੀਵੀ ਰਿਮੋਟ ਚੁੱਕਿਆ ਤੇ ਟੀਵੀ ਔਨ ਕਰਕੇ BBC ਦੀਆਂ ਖਬਰਾਂ ਵਾਲਾ ਚੈਨਲ ਲਗਾ ਲਿਆ। ਹੈਕਰਾਂ ਨੇ ਬ੍ਰਿਟੇਨ ਦੀ ਦਵਾਈਆਂ ਬਣਾਉਣ ਵਾਲੀ ਇੱਕ ਵੱਡੀ ਕੰਪਨੀ ਦਾ ਕੰਪਿਊਟਰ ਹੈਕ ਕਰ ਲਿਆ ਹੈ। ਹੈਕਰ ਕੰਪਨੀ ਤੋਂ ਵੱਡੀ ਰਕਮ ਮੰਗ ਰਹੇ ਹਨ। ਅਜੇ ਕੰਪਨੀ ਨੇ ਕੋਈ ਬਿਆਨ ਨਹੀਂ ਦਿੱਤਾ। ਲੱਗਦਾ ਕੰਪਨੀ ਸਮੱਸਿਆ ਨੂੰ ਖੁਦ ਹੀ ਨਜਿੱਠਣ ਦੀ ਕੋਸ਼ਿਸ਼ ਵਿੱਚ ਹੈ। ਕੁਝ ਸੁਰਾਗ ਮਿਲੇ ਹਨ ਕਿ ਹੈਕਰਾਂ ਦਾ ਸੰਬੰਧ ਰੂਸ ਨਾਲ ਹੈ, ਪਰ ਅਜੇ ਅਧਿਕਾਰਤ ਰੂਪ ਵਿੱਚ ਕੁਝ ਕਿਹਾ ਨਹੀਂ ਜਾ ਸਕਦਾ। ਟੋਨੀ ਹੈਰਾਨ ਸੀ। ਇੰਨੀ ਵੱਡੀ ਕੰਪਨੀ ਜਿਸ ਕੋਲ ਦਵਾਈਆਂ ਬਣਾਉਂਦੇ ਸੈਂਕੜੇ ਫਾਰਮੂਲੇ ਕੰਪਿਊਟਰਾਂ 'ਚ ਸਾਂਭੇ ਹੋਣਗੇ, ਉਸਦੇ ਕੰਪਿਊਟਰ ਵੀ ਸੁਰੱਖਿਅਤ ਨਹੀਂ। ਟੋਨੀ ਨੂੰ ਆਉਣ ਵਾਲੇ ਸਮੇਂ ਦਾ ਅਹਿਸਾਸ ਹੋਣ ਲੱਗਾ। ਹੁਣ ਇਹ ਦੁਨੀਆ ਵਿੱਚ ਲੜਾਈ ਦਾ ਫਰੰਟ ਬਣ ਰਿਹਾ ਸੀ। ਟੋਨੀ ਵੀ ਇੱਕ ਸਿਪਾਹੀ ਸੀ ਤੇ ਬਰਡ ਵੀ। ਉਸਨੇ ਫੈਸਲਾ ਕੀਤਾ ਬਰਡ ਨਾਲ ਇਨਕ੍ਰਿਪਟਡ ਮੈਸੇਜ ਵਿੱਚ ਹੀ ਗੱਲ ਕਰੇਗਾ ਤਾਂ ਕਿ ਜਾਣਕਾਰੀ ਗਲਤ ਹੱਥਾਂ ਵਿੱਚ ਨਾ ਜਾ ਸਕੇ। ਉਹ ਮੈਸੇਜ ਲਿਖਣ ਲੱਗਿਆ, ਆਪਾਂ ਆਪਣੇ ਹਥਿਆਰ ਵਰਤਣ ਦਾ ਉਪਰਾਲਾ ਕਰੀਏ, ਮੈਂ ਤਿਆਰੀ ਵਿੱਚ ਹਾਂ, ਬਰਡ ਨੇ ਜਵਾਬ ਦਿੱਤਾ। ਉਹ ਆਮ ਤੌਰ ਤੇ ਟੀਮ ਵਿਊਅਰ ਦੀ ਮਦਦ ਨਾਲ ਦੂਰ ਬੈਠੇ ਇੱਕ ਦੂਜੇ ਦੇ ਕੰਪਿਊਟਰ ਤੱਕ ਪਹੁੰਚ ਕਰ ਲੈਂਦੇ। ਅੱਜ ਉਹਨਾਂ ਨੇ ਹੋਰ ਟੂਲ ਵਰਤਣਾ ਠੀਕ ਸਮਝਿਆ। ਟੀਮ ਵਿਊਅਰ ਬਹੁਤ ਹੀ ਆਮ ਵਰਤਿਆ ਜਾਣ ਲੱਗਾ ਸੀ, ਸ਼ਾਇਦ ਹੁਣ ਇੰਨਾ ਸੁਰੱਖਿਅਤ ਨਾ ਹੋਵੇ। ਸੋ ਉਹਨਾਂ ਨੇ ਨਵੀਂ ਐਪ ਫਿਕਸ ਮੀ ਇਟ ਵਰਤਣ ਦਾ ਫੈਸਲਾ ਕੀਤਾ। ਨਵੀਂ ਹੋਣ ਕਰਕੇ ਬਹੁਤ ਲੋਕ ਅਜੇ ਵਰਤਣ ਨਹੀਂ ਸਨ ਲੱਗੇ। ਟੋਨੀ ਤੇ ਬਰਡ ਕੰਮ ਵਿੱਚ ਵਿਅਸਤ ਹੋ ਗਏ। ਹੁਣ ਉਹ ਦੂਰ ਬੈਠੇ ਇੱਕ ਦੂਜੇ ਦੇ ਕੰਪਿਊਟਰ ਦੇ ਸੰਪਰਕ ਵਿੱਚ ਸਨ ਤੇ ਮਿਲ ਕੇ ਕੰਮ ਕਰ ਰਹੇ ਸਨ। ਉਹ ਹੈਕਰਾਂ ਨੂੰ ਲੱਭਣ ਦਾ ਯਤਨ ਕਰਨ ਲੱਗੇ। ਕੰਪਨੀ ਸਮੱਸਿਆ ਦੇ ਹੱਲ ਲਈ ਆਪਣੀ ਥਾਂ ਤੇ ਕੋਸ਼ਿਸ਼ ਕਰ ਰਹੀ ਸੀ। ਟੋਨੀ ਤੇ ਬਰਡ ਨੇ ਹੈਕਿੰਗ ਵਾਸਤੇ ਇੱਕ ਨਵਾਂ ਟੂਲ ਵਰਤਣ ਦਾ ਫੈਸਲਾ ਕੀਤਾ। ਉਹਨਾਂ ਦਾ ਤਜਰਬਾ ਤੇ ਗਿਆਨ ਦੱਸਦਾ ਸੀ ਕਿ ਇਸ ਟੂਲ ਦੇ ਨਾਲ ਨਤੀਜੇ ਚੰਗੇ ਨਿਕਲਣਗੇ। ਸਭ ਤੋਂ ਪਹਿਲਾਂ ਉਹਨਾਂ ਨੇ ਹੈਕਰਾਂ ਦੇ ਕੰਪਿਊਟਰ ਨੂੰ ਹੈਕ ਕਰਨਾ ਸੀ। ਕਈ ਘੰਟਿਆਂ ਦੀ ਸਖਤ ਅਣਥੱਕ ਮਿਹਨਤ ਨਾਲ ਉਹ ਆਪਣੇ ਨਿਸ਼ਾਨੇ ਵਿੱਚ ਸਫਲ ਹੋ ਗਏ। ਫਿਰ ਉਹਨਾਂ ਨੇ ਹੈਕਰਾਂ ਨਾਲ ਸੌਦਾ ਕਰਨ ਲਈ ਉਹਨਾਂ ਨਾਲ ਰਾਬਤਾ ਕਾਇਮ ਕੀਤਾ। ਹੈਕਰਾਂ ਨੂੰ ਜਦ ਆਪਣੇ ਕੰਪਿਊਟਰਾਂ ਦੇ ਹੈਕ ਹੋਣ ਦਾ ਪਤਾ ਲੱਗਾ ਤੇ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਬਰਡ ਨੇ ਇਸ ਸਮੇਂ ਵਿੱਚ ਕੰਪਨੀ ਨਾਲ ਵਾਰਤਾ ਆਰੰਭ ਕਰ ਦਿੱਤਾ। ਟੋਨੀ ਹੈਕਰਾਂ ਨੂੰ ਪੈਰਾਂ ਤੋਂ ਕੱਢਣ ਵਿੱਚ ਲੱਗਿਆ ਹੋਇਆ ਸੀ।